ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਤੀਜਾ। ਬਿਨ ਸਤਿਗੁਰ ਸੇਵੇ ਜਗਤ ਮੁਆ, ਬਿਰਥਾ ਜਨਮ ਗਵਾਏ। ਦੂਜਾ ਭਾਏ ਅਤ ਦੁਖ ਲੱਗਾ, ਮਰ ਜੰਮੈ ਆਵੈ ਜਾਏ। ਬਿਨ ਸਤਿਗੁਰ ਸੇਵੇ ਜਗਤ ਮੁਆ, ਬਿਰਥਾ ਜਨਮ ਗਵਾਏ। ਦੂਜੈ ਭਾਏ ਅਤ ਦੁਖ ਲੱਗਾ, ਮਰ ਜੰਮੈ ਆਵੈ ਜਾਏ। ਵਿਸ਼ਟਾ ਅੰਦਰ ਵਾਸ ਹੈ, ਫਿਰ ਫਿਰ ਜੂਨੀ ਪਾਏ। ਨਾਨਕ ਬਿਨ ਨਾਵੈ ਜਮ ਮਾਰਸੀ, ਅੰਤ ਗਿਆ ਪਛਤਾਏ। ਮਹੱਲਾ ਤੀਜਾ। ਇਸ ਜਗ ਮਹਿ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਸਭ ਕਟ ਭੋਗਵੈ ਅਲਿਪਤ ਰਹੈ, ਅਲਖ ਨਾ ਲਖਣਾ ਜਾਈ। ਪੂਰਾ ਗੁਰ ਵੇਖਾਲਿਆ, ਸ਼ਬਦੇ ਸੋਝੀ ਪਾਈ। ਪੁਰਖ ਸੇਵਹਿ ਸੇ ਪੁਰਖ ਹੋਵੈ, ਜਿਨੀ ਹਉਮੈ ਸ਼ਬਦ ਚਲਾਈ। ਤਿਸ ਕਾ ਸ਼ਰੀਕ ਕੋ ਨਹੀਂ, ਨਾ ਕੋ ਕੰਟਕ ਵੈਰਾਈ। ਨਿਹਚਲ ਰਾਜ ਹੈ ਸਦਾ ਤਿਸ ਕੇਰਾ, ਨਾ ਆਵੈ ਨਾ ਜਾਈ। ਅਨ ਦਿਨ ਸੇਵਕ ਸੇਵਾ ਕਰੇ, ਹਰ ਸੱਚੇ ਕੇ ਗੁਣ ਗਾਈ। ਨਾਨਕ ਵੇਖ ਵਿਗਸਿਆ, ਹਰ ਸੱਚੇ ਕੀ ਵਡਿਆਈ। ਪੌੜੀ। ਜਿਨ ਕੈ ਹਰ ਨਾਮ ਵਸਿਆ ਸਦ ਹਿਰਦੈ, ਹਰ ਨਾਮੋ ਤਿਨ ਕੋ ਰਖਣ ਹਾਰਾ। ਹਰ ਨਾਮ ਪਿਤਾ, ਹਰ ਨਾਮੋ ਮਾਤਾ, ਹਰ ਨਾਮ ਸਖਾਈ ਮਿੱਤਰ ਹਮਾਰਾ। ਹਰ ਨਾਮੈ ਨਾਲ ਗੱਲਾਂ, ਹਰ ਨਾਮੈ ਨਾਲ ਮਸਲਤ, ਹਰ ਨਾਮ ਹਮਾਰੀ ਕਰਦਾ ਨਿਤ ਸਾਰਾ। ਹਰ ਨਾਮ ਹਮਾਰੀ ਸੰਗਤ ਅਤ ਪਿਆਰੀ। ਹਰ ਨਾਮ ਕੁਲ, ਹਰ ਨਾਮ ਪਰਵਾਰਾ। ਜਨ ਨਾਨਕ ਕੋ ਹਰ ਨਾਮ ਹਰ ਗੁਰ ਦੀਆ। ਹਰ ਹਲਤ ਪਲਤ ਸਦਾ ਕਰੇ ਨਿਸਤਾਰਾ। ਜਨ ਨਾਨਕ ਕੋ ਹਰ ਨਾਮ ਹਰ ਗੁਰ ਦੀਆ। ਹਰ ਹਲਤ ਪਲਤ ਸਦਾ ਕਰੇ ਨਿਸਤਾਰਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤ ਸੰਗੀ ਜਨੋ। ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਹਿਮਤ ਬਖਸ਼ਿਸ਼ ਹੋਈ ਹੈ, ਜੋ ਅੰਮ੍ਰਿਤ ਵੇਲੇ ਤੋਂ ਗਰੀਬ ਨਵਾਜ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤਖਤ ਸਾਹਿਬ ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਦਰਸ਼ਨ ਦੀਦਾਰੇ ਬਖਸ਼ਿਸ਼ ਕਰਕੇ ਨਿਹਾਲ ਕਰ ਰਹੇ ਹਨ। ਆਪ ਜੀਆਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਪਾਠ, ਗੁਰਮੰਤਰ ਦੇ ਜਾਪ, ਗੁਰਬਾਣੀ ਕੀਰਤਨ, ਆਸਾ ਦੀ ਵਾਰ ਦਾ ਕੀਰਤਨ ਆਪ ਜੀਆਂ ਨੇ ਭਾਈ ਅਸ਼ੋਕ ਸਿੰਘ ਜੀ ਉਹਨਾਂ ਦੇ ਰਾਗੀ ਜਥੇ ਪਾਸੋਂ ਸਰਵਣ ਕੀਤਾ ਹੈ। ਉਪਰੰਤ ਅੱਜ ਦਾ ਜੋ ਇਲਾਹੀ ਫਰਮਾਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਬਖਸ਼ਿਸ਼ ਕੀਤਾ ਹੈ, ਉਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਆਓ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਆਪ ਹੀ ਮਤ ਬੁੱਧ ਬਖਸ਼ਿਸ਼ ਕਰਕੇ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਕਰਵਾ ਲੈਣ। ਕਰੋ ਕਿਰਪਾ ਸਾਧ ਸੰਗਤ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਅਸੀਸਾਂ ਪ੍ਰਾਪਤ ਕਰਨ ਵਾਸਤੇ ਮਨ ਦੇ ਟਿਕਾਓ ਲਈ ਮਿਲ ਕੇ ਉਚਾਰਨ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ ਕਿ ਸੰਸਾਰ ਗੁਰੂ ਦੇ ਸਿਮਰਨ ਤੋਂ ਬਿਨਾਂ, ਗੁਰੂ ਦੀ ਸੇਵਾ ਤੋਂ ਬਿਨਾਂ ਆਤਮਿਕ ਮੌਤੇ ਜੀਵ ਮਰ ਰਹੇ ਹਨ। ਸਾਹਿਬ ਕਹਿੰਦੇ ਨੇ ਪ੍ਰਭੂ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਨੂੰ ਭੁਲਾ ਕੇ ਤੇ ਜੀਵ ਮਾਇਆ ਦੇ ਅਧੀਨ ਚੱਲ ਕੇ ਅਤ ਦਾ ਦੁੱਖ ਪ੍ਰਾਪਤ ਕਰਦਾ ਹੈ ਤੇ ਜੰਮਣ ਮਰਨ ਦੇ ਖੇਡ ਵਿੱਚ ਪਿਆ ਰਹਿੰਦਾ ਹੈ। ਪਹਿਲੇ ਸ਼ਲੋਕ ਵਿੱਚ ਧੰਨ ਗੁਰੂ ਅਮਰਦਾਸ ਜੀ ਜੋ ਬਖਸ਼ਿਸ਼ ਕਰ ਰਹੇ ਨੇ, ਕਹਿੰਦੇ ਮਨੁੱਖ ਵਿਕਾਰਾਂ ਦੀ ਗੰਦਗੀ ਦੇ ਵਿੱਚ ਪਿਆ ਰਹਿੰਦਾ ਹੈ ਤੇ ਇਹ ਵਿਕਾਰਾਂ ਦੀ ਗੰਦਗੀ ਬਾਰ-ਬਾਰ ਮਨੁੱਖ ਨੂੰ ਜੂਨਾਂ ਦਾ ਗੇੜਾ ਦਵਾਉਂਦੀ ਹੈ। ਤੇ ਸਾਹਿਬ ਕਹਿੰਦੇ ਨੇ ਨਾਮ ਤੋਂ ਬਿਨਾਂ ਮਨੁੱਖ ਜਮਾਂ ਦੀ ਮਾਰ ਸਹਿੰਦਾ ਹੈ ਤੇ ਅੰਤ ਵੇਲੇ ਫਿਰ ਜੀਵ ਬੜਾ ਪਛਤਾਉਂਦਾ ਹੈ। ਇਹ ਹੈ ਪਹਿਲੇ ਸ਼ਲੋਕ ਦੇ ਅੰਦਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਜੋ ਸ਼ਬਦ ਦਾ ਭਾਵ ਦਰਸਾਇਆ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਅੰਦਰ ਮੇਰੇ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਦੀ ਲੋੜ ਦੇ ਉੱਤੇ ਬੜਾ ਜ਼ੋਰ ਦਿੱਤਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਬਾਰ-ਬਾਰ ਸਾਹਿਬ ਜੀਵ ਨੂੰ ਇਹ ਕਹਿੰਦੇ ਨੇ ਕਿ ਭਾਈ ਗੁਰੂ ਦੇ ਨਾਲ ਜੁੜ, ਗੁਰੂ ਨੂੰ ਮਿਲ, ਗੁਰੂ ਨੂੰ ਧਾਰਨ ਕਰ, ਗੁਰੂ ਦੀ ਸਿੱਖਿਆ ਗ੍ਰਹਿਣ ਕਰ। ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਅੰਦਰ ਮੇਰੇ ਸਾਹਿਬ ਸਾਨੂੰ ਰੋਜ਼ਾਨਾ ਦੀ ਜੋ ਕੀਰਤਨ ਰੂਪ ਵਿੱਚ ਆਸਾ ਦੀ ਵਾਰ ਆਪ ਜੀ ਸਰਵਣ ਕਰਦੇ ਹੋ ਤੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਉਸ ਦੇ ਵਿੱਚ ਪਹਿਲਾਂ ਤੇ ਗੁਰੂ ਦੀ ਵਡਿਆਈ ਕਰਦੇ ਨੇ। ਪਹਿਲੇ ਸ਼ਲੋਕ ਵਿੱਚ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਬਾਰ। ਦੂਜਾ ਸ਼ਲੋਕ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਹੈ, ਜਿਸ ਵਿੱਚ ਸਾਹਿਬ ਜੀ ਕਹਿੰਦੇ ਨੇ ਜੇ ਸੋ ਚੰਦਾ ਉਗਵਹਿ ਸੂਰਜ ਚੜੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਧੰਨ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਕਿ ਭਾਈ ਗੁਰੂ ਤੋਂ ਬਿਨਾਂ ਅੰਦਰ ਅਗਿਆਨਤਾ ਦਾ ਹਨੇਰਾ ਬਣਿਆ ਰਹਿੰਦਾ ਹੈ, ਕਦੇ ਵੀ ਜਾਂਦਾ ਨਹੀਂ।
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚ ਮੇਰੇ ਸਾਹਿਬ ਗੁਰੂ ਦੀ ਲੋੜ ਤੇ ਜ਼ੋਰ ਦਿੰਦਿਆਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਾਵਨ ਪਵਿੱਤਰ ਬਚਨ ਹੈ। ਸਾਹਿਬ ਜੀ ਕਹਿੰਦੇ, ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਬੁਰਾ। ਐ ਭਾਈ, ਸਤਿਗੁਰੂ ਤੋਂ ਬਿਨਾ ਜ਼ਿੰਦਗੀ ਦੀ ਖੇਡ ਨਹੀਂ ਬਣ ਸਕਦੀ, ਗੱਲ ਸਮਝ ਵਿੱਚ ਨਹੀਂ ਆ ਸਕਦੀ, ਕਿਉਂਕਿ ਗੁਰੂ ਹੀ ਅਸਲ ਵਿੱਚ ਸਾਨੂੰ ਪ੍ਰਭੂ ਪਰਮਾਤਮਾ ਤੱਕ ਪਹੁੰਚਾਉਂਦਾ ਹੈ। ਗੁਰੂ ਹੀ ਸਾਨੂੰ ਸਮਾਜ ਸੰਸਾਰ ਦੇ ਅੰਦਰ ਜ਼ਿੰਦਗੀ ਜਿਉਣ ਦਾ ਢੰਗ ਤਰੀਕਾ ਸਿਖਾਉਂਦਾ ਹੈ। ਇਸੇ ਕਰਕੇ ਸਤਿਗੁਰੂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਨੇ ਕਿ ਹੇ ਭਾਈ, ਹਮ ਅੰਧੁਲੇ ਅੰਧ ਬਿਖੈ ਬਿਖਰਾਤੇ ਕਿਉਂ ਚਾਲਾ ਹੈ ਗੁਰ ਚਾਲੀ। ਬਈ ਅਸੀਂ ਤਾਂ ਅਗਿਆਨਤਾ ਦੇ ਹਨੇਰੇ ਵਿੱਚ ਖੂਹ ਵਿੱਚ ਡਿੱਗੇ ਹੋਏ ਹਾਂ ਤੇ ਸਦਾ ਹੀ ਬਿਖ ਯਹਿਰ ਦੇ ਨਾਲ ਆਪਣੀ ਸਾਂਝ ਬਣਾ ਕੇ ਬੈਠੇ ਹਾਂ। ਕਿਵੇਂ ਉਸ ਮਾਰਗ ਤੇ ਚੱਲੀਏ? ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੇ ਆਪਣ ਪਾਲੀ। ਗੁਰੂ ਕਿਰਪਾ ਕਰ ਦੇਵੇ, ਸੁੱਖਾਂ ਨੂੰ ਦੇਣ ਵਾਲਾ ਦਾਤਾ ਆਪਣੇ ਪੱਲੇ ਨਾਲ ਲਾ ਲਵੇ ਤੇ ਜ਼ਿੰਦਗੀ ਦੀ ਸੂਝ ਬੂਝ ਆ ਸਕਦੀ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ, ਗੁਰ ਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਐ ਭਾਈ, ਗੁਰੂ ਦੀ ਚਾਲ ਚੱਲੋ, ਭਾਵ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰੋ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਅੰਦਰ ਮੇਰੇ ਸਾਹਿਬ ਜੀ ਕਹਿੰਦੇ ਨੇ, ਮਤ ਕੋ ਭਰਮ ਭੁੱਲੇ ਸੰਸਾਰ। ਸਾਹਿਬ ਜੀ ਕਹਿੰਦੇ, ਮਤਾ ਕੋਈ ਇਸ ਭਰਮ ਭੁਲੇਖੇ ਵਿੱਚ ਪੈ ਜਾਵੇ, ਗੁਰ ਬਿਨ ਕੋਇ ਨਾ ਉਤਰ ਸਪਾਰ। ਭਈ ਗੁਰੂ ਤੋਂ ਬਿਨਾ ਕਿਸੇ ਜੀਵ ਦਾ ਵੀ ਪਾਰ ਉਤਾਰਾ ਨਹੀਂ ਹੋ ਸਕਦਾ। ਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ, ਗੁਰੂ ਹੋਵੇ, ਜਿਸ ਗੁਰੂ ਦੇ ਲੜ ਲੱਗਣਾ ਉਸ ਗੁਰੂ ਦੇ ਬਾਰੇ ਵੀ ਪਹਿਲਾਂ ਜਾਣਕਾਰੀ ਹੋਣੀ ਚਾਹੀਦੀ ਹੈ, ਉਹ ਗੁਰੂ ਕੈਸਾ ਹੋਵੇ। ਤੇ ਸਾਹਿਬ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਕਿਰਪਾ ਕਰਦੇ ਨੇ, ਉਸ ਗੁਰੂ ਦੇ ਲੜ ਲੱਗਣਾ ਹੈ। ਕਿਸ ਗੁਰੂ ਦੇ? ਮੇਰੇ ਸਾਹਿਬ ਕਹਿੰਦੇ, ਮਿਰਤਕ ਕਉ ਪਾਇਓ ਤਨ ਸਾਸਾ। ਉਸ ਗੁਰੂ ਦੇ ਲੜ ਲੱਗਣਾ ਹੈ। ਮਿਰਤਕ ਕਉ ਪਾਇਓ ਤਨ ਸਾਸਾ, ਬਿਸ਼ਰਤ ਆਨ ਮਿਲਾਇਆ, ਪਸ਼ੂ ਪ੍ਰੇਤ ਮੁਗਧ ਪੈ ਸਰੋਤੇ, ਹਰ ਨਾਮਾ ਮੁਖ ਗਾਇਆ, ਪੂਰੇ ਗੁਰ ਕੀ ਦੇਖ ਵਡਾਈ। ਵੀ ਇਹ ਹੈ ਪੂਰੇ ਗੁਰੂ ਦੀ ਵਡਿਆਈ ਕਿ ਉਹ ਮੁਰਦਿਆਂ ਵਿੱਚ ਜਾਨ ਪਾ ਦੇਣ ਵਾਲਾ ਹੈ। ਉਹ ਗੁਰੂ ਪਸ਼ੂ ਪ੍ਰੇਤ ਮੁਗਧ ਵਰਗੀ ਜਿਹੜੀ ਬਿਰਤੀ ਦੇ ਜੀਵ ਨੇ, ਉਹਨਾਂ ਨੂੰ ਮਹਾਨ ਦੇਵਤਿਆਂ ਦੀ ਤਰ੍ਹਾਂ ਬਣਾ ਦਿੰਦਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਹੋਰ ਵੀ ਬਚਨ ਨੇ, ਗੁਰ ਪੂਰਾ ਭੇਟਿਓ ਵਡ ਭਾਗੀ, ਮਨੇ ਭਇਆ ਪ੍ਰਗਾਸਾ, ਕੋਈ ਨਾ ਪਹੁੰਚਨ ਹਾਰਾ, ਦੂਜਾ ਆਪਣੇ ਸਾਹਿਬ ਕਾ ਪ੍ਰਵਾਸਾ। ਸਾਹਿਬ ਜੀ ਹੋਰ ਵੀ ਗੁਰੂ ਦੀ ਵਡਿਆਈ ਕਰਦੇ ਨੇ ਕਿ ਕਿਸ ਗੁਰੂ ਦੇ ਲੜ ਲੱਗਣਾ ਹੈ। ਮੇਰੇ ਸਾਹਿਬ ਜੀ ਕਹਿੰਦੇ, ਗੁਰ ਪੂਰੈ ਮੇਰੀ ਰਾਖ ਲਈ, ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ, ਜਨਮ ਜਨਮ ਕੀ ਮੈਲ ਗਈ, ਨਿਵਰੈ ਦੁਸ਼ਟ ਦੂਤ ਬਹਿਰਾਈ, ਗੁਰ ਪੂਰੇ ਕਾ ਜਪਿਆ ਜਾਪ, ਕਹਾਂ ਕਰੈ ਕੋਈ ਬੇਚਾਰਾ, ਪ੍ਰਭ ਮੇਰੇ ਕਾ ਬੜ ਪ੍ਰਤਾਪ। ਵੀ ਉਸ ਗੁਰੂ ਦਾ ਜਿਹਦਾ ਤੇਜ ਪ੍ਰਤਾਪ ਹੈ, ਉਸ ਗੁਰੂ ਦੇ ਚਰਨਾਂ ਨਾਲ ਜੁੜਨਾ ਹੈ। ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਜੋ ਕਿਰਪਾ ਕਰ ਰਹੇ ਨੇ, ਕਿਉਂਕਿ ਅੱਜ ਜੋ ਫੱਗਣ ਦਾ ਮਹੀਨਾ ਆਰੰਭ ਹੋਇਆ ਹੈ, ਆਪਾਂ ਉਸ ਦੀ ਵੀ ਵਿਚਾਰ ਕਰਨੀ। ਇਸ ਕਰਕੇ ਹੁਕਮਨਾਮੇ ਦੀ ਵਿਚਾਰ ਉੱਤੇ ਦਾਸ ਜ਼ਿਆਦਾ ਸਮਾਂ ਨਾ ਲਾਉਂਦਿਆਂ ਹੋਇਆਂ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ, ਪਾਵਨ ਪਵਿੱਤਰ ਇਸ ਸ਼ਬਦ ਦੀ ਵਿਚਾਰ ਕਰਕੇ ਫਿਰ ਆਪਾਂ ਅੱਜ ਦਾ ਜੋ ਦੇਸੀ ਮਹੀਨਾ ਫੱਗਣ ਦਾ ਆਰੰਭ ਹੋਇਆ ਹੈ, ਉਹਦੀ ਵੀ ਸੰਖੇਪ ਜੀ ਵਿਚਾਰ ਕਰਨੀ ਹੈ। ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰ ਰਹੇ ਨੇ ਪਹਿਲੇ ਸ਼ਲੋਕ ਦੇ ਅੰਦਰ, ਬਿਨ ਸਤਿਗੁਰ ਸੇਵੇ ਜਗਤ ਮੋਆ, ਬਿਰਥਾ ਜਨਮ ਗਵਾਏ। ਹੇ ਭਾਈ, ਗੁਰੂ ਦੀ ਸੇਵਾ ਤੋਂ ਬਿਨਾਂ, ਗੁਰੂ ਦੇ ਸਿਮਰਨ ਤੋਂ ਬਿਨਾਂ ਇਹ ਜਿਹੜਾ ਜਗਤ ਹੈ ਮੋਆ, ਮਰਿਆ ਹੋਇਆ, ਭਾਵ ਆਤਮਿਕ ਮੌਤੇ ਜੀਵ ਮਰੇ ਹੋਏ ਨੇ ਤੇ ਆਪਣਾ ਵਿਅਰਥ ਹੀ ਜਨਮ ਗਵਾ ਕੇ ਜਾ ਰਹੇ ਨੇ ਸੰਸਾਰ ਤੋਂ। ਦੂਜੈ ਭਾਏ ਅਤ ਦੁੱਖ ਲੱਗਾ, ਮਰ ਜੰਮੈ ਆਵੈ ਜਾਏ। ਦੂਜੇ ਭਾਏ ਤੋਂ ਭਾਵ ਇਹ ਬਣਦਾ ਹੈ ਕਿ ਪਰਮਾਤਮਾ ਨੂੰ ਛੱਡ ਕੇ ਕਿਸੇ ਹੋਰ ਦੇਵੀ ਦੇਵਤੇ ਦੇ ਮਗਰ ਲੱਗਣਾ, ਕਿਸੇ ਹੋਰ ਦੀ ਪੂਜਾ ਕਰਨੀ, ਆਪਣਾ ਮੁਕਤੀ ਦਾਤਾ ਕਿਸੇ ਹੋਰ ਨੂੰ ਮੰਨੀ ਜਾਣਾ। ਸਾਹਿਬ ਜੀ ਕਹਿੰਦੇ ਨੇ ਭਾਈ, ਉਹਦੇ ਵਿੱਚ ਤਾਂ ਦੁੱਖ ਹੀ ਦੁੱਖ ਹੈ। ਕਦੀ ਵੀ ਗੁਰੂ ਪਰਮਾਤਮਾ ਨੂੰ ਛੱਡ ਕੇ ਜੀਵ ਕਵੇ ਮੈਨੂੰ ਸੁੱਖ ਮਿਲ ਜਾਏਗਾ, ਸਾਹਿਬ ਕਹਿੰਦੇ ਨਹੀਂ, ਗੁਰੂ ਪਰਮਾਤਮਾ ਨੂੰ ਛੱਡ ਕੇ ਤਾਂ ਜ਼ਿੰਦਗੀ ਵਿੱਚ ਦੁੱਖ ਹੀ ਮਿਲਦਾ ਹੈ। ਫਿਰ ਐਸਾ ਜੀਵ ਜੰਮਦਾ ਮਰਦਾ ਰਹਿੰਦਾ ਹੈ।
ਵਿਸ਼ਟਾ ਅੰਦਰ ਵਾਸ ਹੈ, ਫਿਰ ਜੋਨੀ ਪਾਏ। ਉਸ ਜੀਵ ਦਾ ਜਿਹੜਾ ਵਾਸ ਹੁੰਦਾ ਹੈ, ਸਾਹਿਬ ਜੀ ਕਹਿੰਦੇ ਵਸੇਬਾ ਹੁੰਦਾ ਹੈ, ਉਹ ਵਿਸ਼ਟਾ ਅੰਦਰ। ਵਿਸ਼ਟਾ ਦਾ ਅਰਥ ਵਿਦਵਾਨਾਂ ਨੇ ਇਹ ਵੀ ਕੀਤਾ ਹੈ ਕਿ ਮਾਤਾ ਦੇ ਗਰਭ ਅੰਦਰ, ਉਸ ਗੰਦਗੀ ਦੇ ਅੰਦਰ। ਤੇ ਇਹਦੇ ਅਰਥ ਵਿਦਵਾਨਾਂ ਨੇ ਵਿਕਾਰ ਰੂਪੀ ਜਿਹੜੀ ਗੰਦਗੀ ਹੈ, ਵਿਕਾਰਾਂ ਦੀ ਗੰਦਗੀ, ਉਹ ਵੀ ਇਹਦਾ ਜ਼ਿਕਰ ਕੀਤਾ ਹੈ। ਭਾਵ ਕਿ ਜੀਵ ਪਰਮਾਤਮਾ ਗੁਰੂ ਪਰਮੇਸ਼ਰ ਤੋਂ ਟੁੱਟ ਜਾਂਦਾ ਹੈ, ਤੇ ਸਾਹਿਬ ਜੀ ਕਹਿੰਦੇ ਐਸਾ ਟੁੱਟਿਆ ਹੋਇਆ ਜੀਵ ਫਿਰ ਵਿਕਾਰਾਂ ਦੀ ਗੰਦਗੀ ਦੇ ਅੰਦਰ ਹੀ ਆਪਣਾ ਵਾਸਾ ਬਣਾ ਲੈਂਦਾ ਹੈ, ਭਾਵ ਵਿਕਾਰਾਂ ਵਿੱਚ ਖਚਿਤ ਹੋ ਜਾਂਦਾ ਹੈ। ਤੇ ਐਸਾ ਜੀਵ ਫਿਰ ਬਾਰ-ਬਾਰ ਜੂਨਾਂ ਵਿੱਚ ਆਉਂਦਾ ਰਹਿੰਦਾ ਹੈ, ਬਾਰ-ਬਾਰ ਉਹਨੂੰ ਜਨਮ ਤੇ ਮਰਨ ਦਾ ਗੇੜ ਬਣਿਆ ਰਹਿੰਦਾ ਹੈ। ਨਾਨਕ ਬਿਨ ਨਾਮੈ ਜਮ ਮਾਰਸੀ, ਅੰਤ ਗਿਆ ਪਛਤਾਏ। ਸਭ ਕਿਰਪਾ ਕਰਦੇ ਹੈ ਨਾਨਕ, ਨਾਮ ਤੋਂ ਬਿਨਾ ਜਮਾਂ ਦੀ ਮਾਰ ਪੈਂਦੀ ਹੈ ਤੇ ਅੰਤ ਸਮੇਂ ਜੀਵ ਫਿਰ ਪਛਤਾਉਂਦਾ ਹੈ। ਪਛਤਾਵਾ ਇਸ ਕਰਕੇ ਹੁੰਦਾ ਹੈ ਕਿ ਉਸ ਵੇਲੇ ਜੀਵ ਕਹਿੰਦਾ ਕਿ ਮੈਂ ਸਾਰੀ ਜ਼ਿੰਦਗੀ ਕੀ ਕਰਦਾ ਰਿਹਾ, ਨਾ ਮੈਂ ਗੁਰੂ ਦੇ ਆਖੇ ਲੱਗਿਆ, ਨਾ ਮੈਂ ਸੰਗਤ ਕੀਤੀ, ਨਾ ਮੈਂ ਬਾਣੀ ਪੜ੍ਹੀ, ਨਾ ਨਾਮ ਜਪਿਆ, ਨਾ ਸੇਵਾ, ਨਾ ਸਿਮਰਨ, ਕੁਛ ਨਹੀਂ ਕਰ ਸਕਿਆ ਸਾਰੀ ਜ਼ਿੰਦਗੀ। ਅੰਤ ਦੇ ਟਾਈਮ ਤੇ ਜਦੋਂ ਮੌਤ ਦਾ ਸੱਦਾ ਆ ਗਿਆ, ਫਿਰ ਉਸ ਵੇਲੇ ਜੀਵ ਨੂੰ ਪਛਤਾਵਾ ਹੁੰਦਾ ਕਿ ਸਾਰੀ ਜ਼ਿੰਦਗੀ ਮੈਂ ਵਿਅਰਥ ਹੀ ਨਿਘਾ ਦਿੱਤੀ ਹੈ, ਕੁਝ ਵੀ ਨਹੀਂ ਕੀਤਾ। ਸਾਹਿਬ ਜੀ ਕਹਿੰਦੇ ਨੇ ਉਸ ਟਾਈਮ ਤੇ ਫਿਰ ਜੀਵ ਬਹੁਤ ਪਛਤਾਉਂਦਾ ਹੈ। ਮਹੱਲਾ ਤੀਜਾ। ਗੁਰੂ ਅਮਰਦਾਸ ਮਹਾਰਾਜ ਜੀ ਦਾ ਦੂਜਾ ਸ਼ਲੋਕ ਹੈ। ਸਾਹਿਬ ਕਿਰਪਾ ਕਰਦੇ, ਇਸ ਜਗ ਮਹਿ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਭਈ ਇਸ ਜਗਤ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਿਹੜਾ ਪੁਰਖ, ਅਸੀਂ ਸਾਰੀਆਂ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਦੀਆਂ ਜੀਵ ਰੂਪੀ ਇਸਤਰੀਆਂ ਹਾਂ, ਤੇ ਸਾਡਾ ਪਤੀ ਪਰਮੇਸ਼ਰ ਕੇਵਲ ਅਕਾਲ ਪੁਰਖ ਵਾਹਿਗੁਰੂ ਹੈ। ਸਭ ਕਟ ਭੋਗ ਵੈ ਅਲਿਪਤ ਰਹਿ, ਅਲਖ ਨ ਲਖਣਾ ਜਾਈ। ਉਹ ਸਾਰੇ ਘਟ ਭਾਵ ਕੇ ਹਿਰਦਿਆਂ ਦੇ ਅੰਦਰ ਪ੍ਰਭੂ ਪਰਮਾਤਮਾ ਸਭ ਜੀਵਾਂ ਦੇ ਅੰਦਰ ਬੈਠਾ ਹੋਇਆ, ਸਾਰੇ ਰਸ ਭੋਗਦਾ ਹੋਇਆ ਵੀ ਉਹ ਪਰਮਾਤਮਾ ਅਲਿਪਤ ਨਿਰਲੇਪ ਹੈ। ਫਿਰ ਵੀ ਨਿਰਲੇਪ ਹੈ, ਇਉਂ ਸਮਝ ਲਵੋ ਕਿ ਜਿਵੇਂ ਸੂਰਜ ਦੀਆਂ ਕਿਰਨਾਂ ਗੰਦਗੀ 'ਤੇ ਵੀ ਪੈਂਦੀਆਂ ਨੇ, ਤੇ ਸੂਰਜ ਦੀਆਂ ਕਿਰਨਾਂ ਜਿਹੜੀਆਂ ਫੁੱਲਾਂ 'ਤੇ ਵੀ ਪੈਂਦੀਆਂ ਨੇ। ਤੇ ਇਹਦਾ ਮਤਲਬ ਇਹ ਨਹੀਂ ਕਿ ਗੰਦਗੀ ਦੇ ਢੇਰ 'ਤੇ ਜਦੋਂ ਸੂਰਜ ਦੀਆਂ ਕਿਰਨਾਂ ਪੈਂਦੀਆਂ ਤੇ ਸੂਰਜ ਗੰਦਾ ਹੋ ਜਾਂਦਾ ਹੈ, ਜਦੋਂ ਫੁੱਲਾਂ 'ਤੇ ਉਹਦੀਆਂ ਕਿਰਨਾਂ ਪੈਂਦੀਆਂ ਤੇ ਉਹਨੂੰ ਕੋਈ ਸੁਗੰਧੀ ਮਿਲ ਜਾਂਦੀ ਹੈ। ਸਾਹਿਬ ਜੀ ਕਹਿੰਦੇ ਨਹੀਂ, ਇਸੇ ਤਰ੍ਹਾਂ ਪ੍ਰਭੂ ਪਰਮਾਤਮਾ ਵਾਹਿਗੁਰੂ ਜਿਹੜਾ ਹੈ ਉਹ ਸਭ ਜੀਵਾਂ ਦੇ ਅੰਦਰ ਬੈਠਾ ਹੋਇਆ ਵੀ ਨਿਰਲੇਪ ਹੈ। ਤੇ ਉਸ ਪ੍ਰਭੂ ਪਰਮਾਤਮਾ ਵਾਹਿਗੁਰੂ ਨੂੰ ਕੋਈ ਜੀਵ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਪੂਰਨ ਤੌਰ 'ਤੇ ਉਸ ਦੀ ਵਿਆਖਿਆ ਜਾਂ ਉਸ ਨੂੰ ਪੂਰਨ ਤੌਰ 'ਤੇ ਨਹੀਂ ਜਾਣ ਸਕਦਾ, ਨਹੀਂ ਲਖਿਆ ਜਾ ਸਕਦਾ। ਉਸ ਪ੍ਰਭੂ ਪਰਮਾਤਮਾ ਵਾਹਿਗੁਰੂ ਪੂਰੈ ਗੁਰ ਵੇਖਾਲਿਆ, ਸ਼ਬਦੇ ਸੋਝੀ ਪਾਈ। ਪਰ ਪੂਰਾ ਗੁਰੂ ਹੀ ਅਸਲ ਵਿੱਚ ਪਰਮਾਤਮਾ ਵਾਹਿਗੁਰੂ ਦੇ ਨਾਲ ਸਾਂਝ ਜੀਵ ਦੀ ਬਣਾਉਂਦਾ ਹੈ। ਪੂਰੇ ਗੁਰੂ ਦੇ ਰਾਹੀਂ ਹੀ ਪ੍ਰਭੂ ਪਰਮਾਤਮਾ ਵਾਹਿਗੁਰੂ ਦੀ ਇਸ ਖੇਡ ਨੂੰ ਜੀਵ ਕੁਝ ਨਾ ਕੁਝ ਜਾਣ ਸਕਦਾ ਹੈ ਕਿ ਪਰਮਾਤਮਾ ਜਗਤ ਵਿੱਚ ਕਿਸ ਤਰ੍ਹਾਂ ਸਾਰੀ ਇਹ ਖੇਡ ਚਲਾਉਂਦਾ ਪਿਆ। ਇਹ ਪੂਰੇ ਗੁਰੂ ਦੇ ਚਰਨ ਨਾਲ ਜੁੜ ਕੇ ਸ਼ਬਦ ਰਾਹੀਂ ਹੀ ਇਹ ਸੋਝੀ ਪੈ ਸਕਦੀ ਹੈ। ਪੁਰਖੈ ਸੇਵਹਿ ਸੇ ਪੁਰਖ ਹੋਵਹਿ, ਜਿਨੀ ਹਉਮੈ ਸ਼ਬਦ ਜਲਾਈ। ਸਾਹਿਬ ਕਹਿੰਦੇ ਜੇ ਕੋਈ ਜੀਵ ਆਪਣੇ ਅੰਦਰੋਂ ਹਉਮੈ ਨੂੰ ਖਤਮ ਕਰ ਲਵੇ ਤੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸਿਮਰ ਕੇ, ਇਹ ਜੀਵ ਪੁਰਖ ਜਿਹੜਾ ਹੈ ਪਰਮਾਤਮਾ ਪੁਰਖ ਨੂੰ ਸਿਮਰ ਕੇ ਆਪਣੇ ਅੰਦਰੋਂ ਹਉਮੈ ਨੂੰ ਖਤਮ ਕਰਕੇ, ਸਾਹਿਬ ਕਹਿੰਦੇ ਉਹਦਾ ਰੂਪ ਹੀ ਬਣ ਸਕਦਾ ਹੈ। ਹਰਿ ਕਾ ਸੇਵਕ ਸੋ ਹਰਿ ਜੇਹਾ, ਭੇਦ ਨ ਜਾਣੋ ਮਾਨਸ ਦੇਹਾ। ਉਹ ਪ੍ਰਭੂ ਪਰਮਾਤਮਾ ਦਾ ਰੂਪ ਹੀ ਹੋ ਸਕਦਾ ਹੈ। ਤਿਸ ਕਾ ਸ਼ਰੀਕ ਕੋ ਨਹੀਂ, ਨਾ ਕੋ ਕੰਟਕ ਵੈਰਾਈ। ਪਰਮਾਤਮਾ ਦਾ ਕੋਈ ਸ਼ਰੀਕ ਨਹੀਂ ਹੈ ਤੇ ਪਰਮਾਤਮਾ ਨੂੰ ਕੋਈ ਦੁੱਖ ਨਹੀਂ ਦੇ ਸਕਦਾ। ਕੰਟਕ ਭਾਵ ਉਹਦੇ ਨਾਲ ਕੋਈ ਵੈਰ ਨਹੀਂ ਕਰ ਸਕਦਾ, ਉਹਨੂੰ ਕੋਈ ਦੁੱਖ ਨਹੀਂ ਦੇ ਸਕਦਾ, ਕਿਉਂਕਿ ਪਰਮਾਤਮਾ ਦੇ ਬਰਾਬਰ ਕੋਈ ਹੋਰ ਹੈ ਹੀ ਨਹੀਂ। ਇਸ ਕਰਕੇ ਕੋਈ ਉਹਦੇ ਵਰਗਾ, ਕੋਈ ਉਹਦੇ ਬਰਾਬਰ ਹੋਏਗਾ ਤੇ ਤਾਂ ਹੀ ਉਹਦਾ ਕੋਈ ਸ਼ਰੀਕ ਹੋਏਗਾ ਨਾ। ਸਾਹਿਬ ਕਹਿੰਦੇ ਪਰਮਾਤਮਾ ਦਾ ਕੋਈ ਸ਼ਰੀਕ ਨਹੀਂ, ਪਰਮਾਤਮਾ ਦਾ ਕੋਈ ਵੈਰੀ ਨਹੀਂ, ਪਰਮਾਤਮਾ ਨੂੰ ਕੋਈ ਦੁਖੀ ਨਹੀਂ ਕਰ ਸਕਦਾ। ਨਿਹਚਲ ਰਾਜ ਹੈ ਸਦਾ ਤਿਸ ਕੇਰਾ, ਨਾ ਆਵੈ ਨਾ ਜਾਈ। ਪਰਮਾਤਮਾ ਦਾ ਰਾਜ ਅਟਲ ਹੈ,
ਉਹਦੇ ਰਾਜ ਨੂੰ ਕੋਈ ਨਹੀਂ ਹਿਲਾ ਸਕਦਾ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਸਥਿਰ ਹੈ, ਸਦਾ ਹੈ, ਤੇ ਉਹ ਆਉਂਦਾ ਜਾਂਦਾ ਨਹੀਂ ਹੈ। ਪਰਮਾਤਮਾ ਜੰਮਦਾ ਮਰਦਾ ਨਹੀਂ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਉਹਦਾ ਸੁਤੇ ਸਿੱਧ ਆਪਣੇ ਆਪ ਤੋਂ ਹੀ ਪ੍ਰਕਾਸ਼ ਹੋਇਆ ਹੈ। ਸਾਹਿਬ ਕਹਿੰਦੇ ਉਹ ਪਰਮਾਤਮਾ ਆਉਂਦਾ ਜਾਂਦਾ ਨਹੀਂ। ਇਹ ਨਹੀਂ ਕਿ ਕਦੀ ਆਪਾਂ ਕਹਿ ਸਕਾਂਗੇ ਵੀ ਰੱਬ ਪਹਿਲਾਂ ਹੁੰਦਾ ਸੀ, ਹੁਣ ਰੱਬ ਹੈ, ਕਦੀ ਰੱਬ ਹੋਵੇਗਾ। ਪਰਮਾਤਮਾ ਬਾਰੇ ਨਹੀਂ ਇਹ ਕਿਹਾ ਜਾ ਸਕਦਾ, ਕਿਉਂਕਿ ਪਰਮਾਤਮਾ ਦੇ ਬਾਰੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਤਾਂ ਭਈ ਇਸੇ ਤਰ੍ਹਾਂ ਹੀ ਹੈ, ਜਦੋਂ ਸੰਸਾਰ ਨਹੀਂ ਵੀ ਸੀ ਉਦੋਂ ਵੀ ਪਰਮਾਤਮਾ, ਸੰਸਾਰ ਰਚ ਕੇ ਵੀ ਪਰਮਾਤਮਾ, ਸੰਸਾਰ ਨਹੀਂ ਵੀ ਰਹੇਗਾ ਤਾਂ ਵੀ ਪਰਮਾਤਮਾ ਸਥਿਰ ਸਦਾ ਹੀ ਰਹਿਣ ਵਾਲਾ ਹੈ। ਸਾਹਿਬ ਕਹਿੰਦੇ ਉਹ ਕਦੀ ਆਉਂਦਾ ਜਾਂਦਾ ਨਹੀਂ ਹੈ। ਅਨ ਦਿਨ ਸੇਵਕ ਸੇਵਾ ਕਰੇ, ਹਰ ਸੱਚੇ ਕੇ ਗੁਣ ਗਾਈ। ਅਨ ਦਿਨ ਦਾ ਮਤਲਬ ਹੁੰਦਾ ਦਿਨ ਤੇ ਰਾਤ। ਸਾਹਿਬ ਜੀ ਕਹਿੰਦੇ ਦਿਨ ਰਾਤ ਸੇਵਕ ਪ੍ਰਭੂ ਪਰਮਾਤਮਾ ਵਾਹਿਗੁਰੂ ਦੀ ਦਸੀ ਹੋਈ ਮਨੁੱਖਤਾ ਦੀ ਸੇਵਾ ਕਰੇ ਤੇ ਵਾਹਿਗੁਰੂ ਦਾ ਸਿਮਰਨ ਕਰੇ। ਸੇਵਾ ਮਨੁੱਖਤਾ ਦੀ, ਸਿਮਰਨ ਵਾਹਿਗੁਰੂ ਦਾ। ਸੇਵਕ ਬਣ ਕੇ ਕਰੇ ਤੇ ਸਾਹਿਬ ਕਹਿੰਦੇ ਸਦਾ ਹੀ ਸੱਚੇ ਪਰਮਾਤਮਾ ਵਾਹਿਗੁਰੂ ਦੇ ਗੁਣ ਗਾਵੇ। ਨਾਨਕ ਵੇਖ ਵਿਗਸਿਆ, ਹਰ ਸੱਚੇ ਕੀ ਵਡਿਆਈ। ਸਾਹਿਬ ਕਹਿੰਦੇ ਨੇ ਨਾਨਕ ਵੀ ਉਸ ਦੀ ਵਡਿਆਈ ਨੂੰ ਵੇਖ ਵੇਖ ਕੇ ਖਿੜਾਓ ਵਿੱਚ ਆਉਂਦਾ। ਵਿਗਸਿਆ ਮੈਨ ਹੁੰਦਾ ਖਿੜ ਜਾਣਾ। ਸਾਹਿਬ ਜੀ ਕਹਿੰਦੇ ਮੈਂ ਸਦਾ ਹੀ ਖਿੜਿਆ ਰਹਿੰਦਾ ਹਾਂ, ਕਿਉਂਕਿ ਨਾਨਕ ਭਗਤਾਂ ਸਦਾ ਵਿਗਾਸ। ਸਾਹਿਬ ਕਹਿੰਦੇ ਨੇ ਭਗਤਾਂ ਦੇ ਮਨ ਵਿੱਚ ਸਦਾ ਹੀ ਖੇੜਾ, ਸਦਾ ਹੀ ਖੁਸ਼ੀ ਬਣੀ ਰਹਿੰਦੀ ਹੈ। ਤੇ ਸਾਹਿਬ ਕਹਿੰਦੇ ਨਾਨਕ ਵੀ ਵੇਖ ਵੇਖ ਕੇ ਉਸ ਦੀਆਂ ਵਡਿਆਈਆਂ ਨੂੰ, ਸੱਚੇ ਦੀਆਂ ਵਡਿਆਈਆਂ ਨੂੰ ਸਦਾ ਖਿੜਿਆ ਰਹਿੰਦਾ ਹੈ। ਪੌੜੀ ਜਿਨ ਕੈ ਹਰ ਨਾਮ ਵਸਿਆ ਸਾਧ ਹਿਰਦੈ। ਸਾਹਿਬ ਜੀ ਕਹਿੰਦੇ ਨੇ ਜਿਨ੍ਹਾਂ ਜੀਵਾਂ ਦੇ ਹਿਰਦੇ ਵਿੱਚ ਹਰੀ ਪਰਮਾਤਮਾ ਵਾਹਿਗੁਰੂ ਦਾ ਸੱਚਾ ਨਾਮ ਵਸ ਜਾਂਦਾ ਹੈ, ਹਰ ਨਾਮੋ ਤਿਨ ਕੋ ਰੱਖਣ ਹਾਰਾ, ਉਹਨਾਂ ਨੂੰ ਫਿਰ ਭਰੋਸਾ ਵੱਧ ਜਾਂਦਾ ਹੈ ਕਿ ਸਾਨੂੰ ਪ੍ਰਭੂ ਪਰਮਾਤਮਾ ਵਾਹਿਗੁਰੂ ਰੱਖੇਗਾ। ਉਹ ਇਹ ਸਮਝਦੇ ਨੇ ਕਿ ਪਰਮਾਤਮਾ ਦਾ ਨਾਮ ਅਸੀਂ ਸਿਮਰਿਆ, ਜਪਦੇ ਹਾਂ ਤੇ ਪਰਮਾਤਮਾ ਨੇ ਹਰ ਵੇਲੇ ਸਾਡੀ ਰੱਖਿਆ ਕਰਨੀ ਹੈ। ਇਸ ਭਰੋਸੇ ਦੇ ਨਾਲ ਉਹ ਜਿਉਂਦੇ ਹਨ। ਹਰ ਨਾਮ ਪਿਤਾ, ਹਰ ਨਾਮੋ ਮਾਤਾ। ਉਹ ਕਹਿੰਦੇ ਨੇ ਨਾਮ ਹੀ ਸਾਡਾ ਪਿਤਾ ਹੈ, ਨਾਮ ਹੀ ਸਾਡੀ ਮਾਤਾ ਹੈ। ਤੇ ਸਾਹਿਬ ਕਹਿੰਦੇ ਹਰ ਨਾਮ ਸਖਾਈ ਮਿੱਤਰ ਹਮਾਰਾ। ਉਹ ਕਹਿੰਦੇ ਨਾਮ ਹੀ ਸਾਡਾ ਮਿੱਤਰ, ਸਖਾ, ਬੰਧਪ, ਭਰਾ। ਭਾਵ ਕਿ ਨਾਮ ਨੂੰ ਹੀ ਉਹ ਸਾਰਾ ਕੁਝ ਮੰਨਦੇ ਨੇ ਕਿ ਪ੍ਰਭੂ ਪਰਮਾਤਮਾ ਵਾਹਿਗੁਰੂ। ਇਸ ਕਰਕੇ ਉਹ ਕਹਿੰਦੇ ਨੇ ਮਾਤਾ ਪਿਤਾ, ਭੈਣ ਭਰਾ, ਮਿੱਤਰ ਪਰਮਾਤਮਾ ਦੇ ਨਾਮ ਨੂੰ, ਕਿਉਂਕਿ ਉਹ ਕਹਿੰਦੇ ਨੇ ਪਰਮਾਤਮਾ ਦਾ ਨਾਮ ਹਰ ਥਾਂ ਤੇ ਸਹਾਇਤਾ ਕਰਦਾ, ਹਰ ਥਾਂ ਤੇ ਸਹਾਈ ਹੁੰਦਾ ਹੈ। ਮਾਂ ਬਾਪ, ਭੈਣ ਭਰਾ, ਰਿਸ਼ਤੇਦਾਰ ਹਰ ਵੇਲੇ ਨਹੀਂ ਸਹਾਈ ਹੋ ਸਕਦੇ। ਪਰਮਾਤਮਾ ਦਾ ਨਾਮ ਹਰ ਵੇਲੇ ਸਹਾਈ ਹੁੰਦਾ ਹੈ, ਕਿਉਂਕਿ ਉਹ ਜੀਵ ਦੇ ਨਾਲ ਹੈ। ਤੋ ਸਾਹਿਬ ਕਹਿੰਦੇ ਹਰ ਨਾਮੈ ਨਾਲ ਗੱਲਾਂ, ਹਰ ਨਾਮੈ ਨਾਲ ਮਸਲਤ। ਮਸਲਤ ਕਹਿੰਦੇ ਨੇ ਸਲਾਹ ਕਰਨੀ। ਫਿਰ ਜਿਹੜੇ ਰੱਬ ਦੇ ਪਿਆਰੇ ਉਹ ਕਹਿੰਦੇ ਨੇ ਸਾਡੀਆਂ ਗੱਲਾਂ ਵੀ ਪਰਮਾਤਮਾ ਦੇ ਨਾਮ ਨਾਲ, ਸਾਡੀ ਸਲਾਹ ਵੀ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਹੀ ਹੁੰਦੀ ਹੈ। ਤੇ ਹਰ ਨਾਮ ਹਮਾਰੀ ਕਰਦਾ ਨਿਤ ਸਾਰਾ। ਉਹ ਇਸ ਭਰੋਸੇ ਨਾਲ ਜਿਉਂਦੇ ਨੇ ਕਿ ਸਾਡੀ ਸਾਰ ਵੀ ਪ੍ਰਭੂ ਪਰਮਾਤਮਾ ਦਾ ਨਾਮ ਹੀ ਲੈਂਦਾ ਹੈ। ਅਸੀਂ ਉਸ ਪ੍ਰਭੂ ਦਾ ਨਾਮ ਜਪਦੇ ਤੇ ਉਹ ਪਰਮਾਤਮਾ ਦਾ ਨਾਮ ਹਰ ਵੇਲੇ ਸਾਡੀ ਰੱਖਿਆ ਕਰਦਾ ਹੈ। ਸਾਡੀ ਸਾਰ ਪਰਮਾਤਮਾ ਦਾ ਨਾਮ ਹੀ ਲੈਂਦਾ ਹੈ। ਹਰ ਨਾਮ ਹਮਾਰੀ ਸੰਗਤ ਅਤ ਪਿਆਰੀ। ਉਹ ਫਿਰ ਇਹ ਕਹਿੰਦੇ ਨੇ ਅਸੀਂ ਪ੍ਰਭੂ ਪਰਮਾਤਮਾ ਦਾ ਨਾਮ ਜਦੋਂ ਸੰਗਤ ਵਿੱਚ ਜਾ ਕੇ ਜਪਦੇ ਹਾਂ, ਉਹ ਸੰਗਤ ਵੀ ਬੜੀ ਪਿਆਰੀ ਲੱਗਦੀ ਹੈ। ਭਾਵ ਕਿ ਉਹ ਗੁਰਸਿੱਖ ਵੀ ਪਿਆਰੇ ਲੱਗਦੇ ਨੇ, ਉਹਨਾਂ ਨਾਲ ਸਾਂਝ ਬਣਦੀ ਹੈ। ਤੇ ਸਾਹਿਬ ਜੀ ਕਹਿੰਦੇ ਉਹ ਸੰਗਤ ਨੂੰ ਪਿਆਰ ਕਰਦੇ ਨੇ। ਸੰਗਤ ਵਿੱਚ ਜਾ ਕੇ ਹਰੀ ਪਰਮਾਤਮਾ ਦਾ ਗੁਣ ਗਾਉਣ ਵਾਲੇ ਜੀਵ ਜਿਹੜੇ ਹਨ, ਉਹ ਕਹਿੰਦੇ ਪ੍ਰਭੂ ਪਰਮਾਤਮਾ ਗੁਰੂ ਦੀ ਬਣਾਈ ਸੰਗਤ ਵੀ ਬੜੀ ਪਿਆਰੀ ਹੈ, ਜਿਸ ਵਿੱਚ ਬੈਠ ਕੇ ਪ੍ਰਭੂ ਪਰਮਾਤਮਾ ਵਾਹਿਗੁਰੂ ਦੀ ਸਮਝ ਸੂਝ ਬੂਝ ਆਉਂਦੀ ਹੈ। ਹਰ ਨਾਮ ਕੁਲ, ਹਰ ਨਾਮ ਪਰਵਾਰਾ। ਨਾਮ ਹੀ ਸਾਡੀ ਕੁਲ ਹੈ, ਨਾਮ ਹੀ ਸਾਡਾ ਪਰਿਵਾਰ ਹੈ। ਜਨ ਨਾਨਕ ਕੋ ਹਰ ਨਾਮ ਹਰ ਗੁਰ ਦੀਆ। ਸਾਹਿਬ ਜੀ ਕਹਿੰਦੇ ਨੇ ਹੇ ਭਾਈ, ਪ੍ਰਭੂ ਪਰਮਾਤਮਾ ਵਾਹਿਗੁਰੂ ਨੇ ਜਦੋਂ ਨਾਮ ਗੁਰੂ ਦੇ ਰਾਹੀਂ ਬਖਸ਼ਿਸ਼ ਕਰ ਦਿੱਤਾ ਤੇ ਉਸ ਨਾਮ ਦੇ ਬਖਸ਼ਿਸ਼ ਹੋਣ ਦੇ ਨਾਲ ਕੀ ਪ੍ਰਾਪਤੀ ਹੋ ਗਈ? ਹਰ ਹਲਤ ਪਲਤ
ਸਦਾ ਕਰੇ ਨਿਸਤਾਰਾ। ਇਸ ਨਾਮ ਨੇ ਲੋਕ ਵੀ ਸਵਾਰ ਦਿੱਤਾ, ਇਸ ਨਾਮ ਨੇ ਪਰਲੋਕ ਵੀ ਸਵਾਰ ਦਿੱਤਾ। ਸਾਹਿਬ ਕਹਿੰਦੇ ਪ੍ਰਮਾਤਮਾ ਦਾ ਨਾਮ ਲੋਕ ਪਰਲੋਕ ਵਿੱਚ ਸਹਾਇਤਾ ਕਰਦਾ ਜੀਵ ਦੀ, ਭਾਵ ਕਿ ਸਾਹਿਬ ਜੀ ਕਹਿੰਦੇ ਜਿਹੜਾ ਵੀ ਜੀਵ ਪ੍ਰਭੂ ਦਾ ਨਾਮ ਜਪੇਗਾ। ਅਸੀਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਰੋਜ਼ਾਨਾ ਪੜ੍ਹੀ ਜਾਣ ਵਾਲੀ ਨਿਤਨੇਮ ਦੇ ਵਿੱਚ ਬਾਣੀ, ਪਹਿਲੀ ਬਾਣੀ ਜਪਜੀ ਸਾਹਿਬ ਜਦੋਂ ਪੜ੍ਹਦੇ ਹਾਂ, ਉਹਦੇ ਸ਼ਲੋਕ ਦੇ ਵਿੱਚ ਅਸੀਂ ਅਖੀਰਲੀਆਂ ਇਹ ਪੰਕਤੀਆਂ ਪੜ੍ਹਦੇ ਹਾਂ ਕਿ ਜਿਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨ੍ਹਾਂ ਨੇ ਪ੍ਰਭੂ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਿਆ, ਸਾਹਿਬ ਜੀ ਕਹਿੰਦੇ ਉਹਨਾਂ ਦਾ ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਮੁਖ ਉਜਲਾ ਹੋ ਜਾਂਦਾ ਹੈ। ਲੋਕ ਸੁਖੀਏ ਪਰਲੋਕ ਸਹੇਲੇ, ਉਹਨਾਂ ਦਾ ਲੋਕ ਤੇ ਪਰਲੋਕ ਪ੍ਰਭੂ ਪਰਮਾਤਮਾ ਸਵਾਰ ਦਿੰਦਾ ਹੈ ਜਿਹੜੇ ਜੀਵ ਪ੍ਰਭੂ ਪਰਮਾਤਮਾ ਪਰਮੇਸ਼ਰ ਦਾ ਨਾਮ ਜਪਦੇ ਹਨ। ਧੰਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ। ਅੱਜ ਦੇ ਪਾਵਨ ਪਵਿੱਤਰ ਮੁੱਖ ਵਾਕ ਦੇ ਰਾਹੀਂ ਸਾਨੂੰ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਸਿੱਖਿਆ ਦਿੱਤੀ ਕਿ ਭਾਈ ਗੁਰੂ ਤੋਂ ਬਿਨਾਂ ਅਸੀਂ ਮੁਰਦਿਆਂ ਦੇ ਸਮਾਨ ਹਾਂ। ਆਤਮਿਕ ਮੌਤ ਹੁੰਦੀ ਹੈ, ਗੁਰੂ ਨਾਲ ਜੁੜਨਾ ਜ਼ਰੂਰੀ ਹੈ। ਗੁਰੂ ਤੋਂ ਬਿਨਾਂ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ। ਤੇ ਸਾਹਿਬ ਕਹਿੰਦੇ ਜਿਨ੍ਹਾਂ ਦੀ ਪ੍ਰਮਾਤਮਾ ਦੇ ਨਾਮ ਨਾਲ ਸਾਂਝ ਪੈ ਜਾਂਦੀ ਹੈ, ਉਹ ਜੀਵ ਫਿਰ ਆਪਣੀ ਗੱਲਬਾਤ ਵੀ ਪ੍ਰਮਾਤਮਾ ਦਾ ਨਾਮ, ਆਪਣਾ ਪਰਿਵਾਰ ਵੀ ਪ੍ਰਮਾਤਮਾ ਦੇ ਨਾਮ ਨੂੰ ਸਮਝਦੇ ਆ, ਕਿਉਂਕਿ ਉਹਨੂੰ ਇਹ ਸਮਝ ਆ ਜਾਂਦੀ ਹੈ ਕਿ ਲੋਕ ਪਰਲੋਕ ਵਿੱਚ ਨਾਮ ਨੇ ਸਾਡੀ ਸਹਾਇਤਾ ਕਰਨੀ ਹੈ। ਇਹ ਸੀ ਅੱਜ ਦਾ ਪਾਵਨ ਪਵਿੱਤਰ ਮੁੱਖ ਵਾਕ। ਆਓ ਸਤਿਗੁਰੂ ਕਿਰਪਾ ਕਰੇ, ਅੱਜ ਦਾ ਜੋ ਮਹੀਨਾ ਫੱਗਣ ਦਾ ਮਹੀਨਾ ਆਰੰਭ ਹੋਇਆ ਹੈ, ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ, ਉਸ ਦੀ ਆਪਾਂ ਵਿਚਾਰ ਕਰਕੇ ਫਿਰ ਸਮਾਪਤੀ ਕਰਾਂਗੇ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਮਾਝ ਰਾਗ ਦੇ ਅੰਦਰ ਜੋ ਸਤਿਗੁਰਾਂ ਨੇ 12 ਮਾਹ ਉਚਾਰਨ ਕੀਤੇ, ਤੁਖਾਰੀ ਰਾਗ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ 12 ਮਾਹ ਉਚਾਰੇ ਹਨ, ਪਰ ਜ਼ਿਆਦਾਤਰ ਪ੍ਰਚਲਿਤ ਜਿਹੜਾ ਹੈ ਉਹ ਮਾਝ ਰਾਗ ਅੰਦਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਇਸ 12 ਮਾਹ ਦੀ ਬਾਣੀ ਵਿੱਚ ਜੋ 12 ਮਹੀਨੇ ਉਹਨਾਂ ਦੇ ਜਿਹੜੇ ਪਾਠ ਆਪਾਂ ਸਰਵਣ ਕਰਦੇ ਹਾਂ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰ ਰਹੇ ਨੇ ਅੱਜ ਦੇ ਪਾਵਨ ਪਵਿੱਤਰ ਇਸ ਮਹੀਨੇ ਦੇ ਰਾਹੀਂ ਜੋ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਸਾਹਿਬ ਕਹਿੰਦੇ ਨੇ ਫਲ ਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ। ਅਸੀਂ ਇਹਨੂੰ ਜਿਹੜਾ ਹੈ ਉਹ ਫੱਗਣ ਕਹਿੰਦੇ ਆ, ਪਰ ਗੁਰੂ ਸਾਹਿਬ ਨੇ ਇੱਥੇ ਸ਼ਬਦ ਜਿਹੜਾ ਵਰਤਿਆ ਹੈ ਫਲ ਗੁਣ। ਸਾਹਿਬ ਜੀ ਕਹਿੰਦੇ ਨੇ ਜਿਹੜੇ ਜੀਵ ਨੇ ਇਸ ਫੱਗਣ ਦੇ ਮਹੀਨੇ ਰਾਹੀਂ ਪ੍ਰਭੂ ਪਰਮਾਤਮਾ ਵਾਹਿਗੁਰੂ ਦੀ ਉਹਦਾ ਸਿਮਰਨ, ਉਹਦੀ ਸੇਵਾ, ਉਹਦੇ ਹੁਕਮ ਨੂੰ ਮੰਨਿਆ ਹੈ, ਉਹਦੀ ਜ਼ਿੰਦਗੀ ਵਿੱਚ ਕਿਹੜੀ ਚੀਜ਼ ਪੈਦਾ ਹੋ ਗਈ? ਆਨੰਦ। ਉਹਦੀ ਜ਼ਿੰਦਗੀ ਵਿੱਚ ਖੇੜਾ ਆ ਗਿਆ, ਆਨੰਦ ਆ ਗਿਆ। ਆਨੰਦ ਇੱਕ ਅਜਿਹਾ ਸ਼ਬਦ ਹੈ ਜਿਹਦਾ ਕੋਈ ਵਿਰੋਧੀ ਭਾਵ ਨਹੀਂ ਮਿਲਦਾ। ਜਿਵੇਂ ਧੁੱਪ ਹੈ, ਛਾਂ ਹੈ, ਖੁਸ਼ੀ ਹੈ, ਗਮੀ ਹੈ, ਦਿਨ ਹੈ, ਰਾਤ ਹੈ, ਚੰਗਾ ਹੈ, ਮਾੜਾ ਹੈ, ਇਹ ਹਰ ਚੀਜ਼, ਜਿਵੇਂ ਦੁੱਖ ਹੈ, ਸੁੱਖ ਹੈ, ਪਰ ਆਨੰਦ ਇੱਕ ਅਜਿਹਾ ਸ਼ਬਦ ਹੈ ਜਿਹਦਾ ਕੋਈ ਦੂਜਾ ਸ਼ਬਦ ਹੀ ਨਹੀਂ ਹੈਗਾ ਵੀ ਆਨੰਦ ਕਹਿ ਕੇ ਦੂਜਾ ਸ਼ਬਦ ਵਰਤੀਏ ਵੀ ਆਨੰਦ ਤੋਂ ਬਾਅਦ ਇੱਕ ਸ਼ਬਦ ਅਸੀਂ ਹੋਰ ਲਾ ਸਕੀਏ, ਨਹੀਂ, ਉਹ ਸ਼ਬਦ ਹੀ ਨਹੀਂ ਹੈ। ਤੋ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਬੜੀ ਸੋਹਣੀ ਵਿਆਖਿਆ ਕੀਤੀ ਆਨੰਦ ਸਾਹਿਬ ਦੀ ਬਾਣੀ ਵਿੱਚ। ਸਾਹਿਬ ਕਹਿੰਦੇ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਭਈ ਕਹਿਣ ਨੂੰ ਭਾਵੇਂ ਗੱਲਾਂ ਬਾਤਾਂ ਵਿੱਚ ਅਸੀਂ ਕਹੀ ਜਾਈਏ ਬੜਾ ਆਨੰਦ ਹੈ, ਬੜਾ ਆਨੰਦ ਹੈ, ਪਰ ਸਾਹਿਬ ਕਹਿੰਦੇ ਆਨੰਦ ਇਹ ਗੁਰੂ ਤੇ ਜਾਣਿਆ ਜਾਂਦਾ ਵੀ ਉਹ ਕਿਹੜੀ ਅਵਸਥਾ ਹੈ, ਉਹ ਕਿਹੜੀ ਸਟੇਜ ਹੈ ਜਿੱਥੇ ਜਾ ਕੇ ਜੀਵ ਦੇ ਅੰਦਰ ਖਿੜਾਓ ਬਣਿਆ ਰਹਿੰਦਾ ਹੈ, ਆਨੰਦ ਬਣਿਆ ਰਹਿੰਦਾ। ਸਾਹਿਬ ਜੀ ਕਹਿੰਦੇ ਨੇ ਉਹ ਪ੍ਰਭੂ ਪਰਮਾਤਮਾ ਸੱਜਣ ਹਿਰਦੇ ਰੂਪੀ ਘਰ ਦੇ ਵਿੱਚ ਜਦੋਂ ਪ੍ਰਗਟ ਹੋ ਜਾਂਦਾ ਹੈ, ਉਦੋਂ ਜ਼ਿੰਦਗੀ ਵਿੱਚ ਖੁਸ਼ੀਆਂ, ਖੇੜੇ, ਆਨੰਦ ਹੀ ਬਣ ਜਾਂਦੇ ਹਨ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਪਰ ਇਹਦੇ ਵਿੱਚ ਸਹਾਇਕ ਕੌਣ ਹੋਏ? ਜਿਹੜਾ ਅੰਦਰ ਦਾ ਆਨੰਦ ਬਣਨਾ ਸੀ ਤੇ ਉਹ ਸੱਜਣ ਪਰਮਾਤਮਾ ਪ੍ਰਗਟ ਹੋਣਾ ਸੀ, ਇਹਦੇ ਵਿੱਚ ਸਹਾਇਤਾ ਕਿਹਨਾਂ ਨੇ ਕੀਤੀ? ਸਾਹਿਬ ਜੀ ਕਹਿੰਦੇ ਸੰਤ ਸਹਾਈ ਰਾਮ ਕੇ, ਰੱਬ ਦੇ ਪਿਆਰੇ। ਸਤ ਸੰਗਤ ਜਿਹੜੀ ਇਹਦੇ ਵਿੱਚ ਸਹਾਇਕ ਬਣੀ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸਾਹਿਬ ਜੀ ਕਹਿੰਦੇ ਨੇ ਸੰਗਤ ਵਿੱਚ ਗਿਆ ਜੀਵ, ਸੰਗਤ ਦੀ ਸਹਾਇਤਾ ਦੇ ਨਾਲ ਕੀ ਹੋਇਆ? ਕਰ ਕਿਰਪਾ ਦੀਆ ਮਿਲਾਏ। ਵੀ ਸੰਗਤ ਵਿੱਚ ਜੀਵ ਨੇ ਜਾ ਕੇ ਜਦੋਂ ਪ੍ਰਭੂ ਦੀਆਂ ਵਡਿਆਈਆਂ ਸੁਣੀਆਂ ਕੀਤੀਆਂ ਤੇ ਪ੍ਰਮਾਤਮਾ ਨਾਲ ਸਾਂਝ ਪੈ ਗਈ,
ਉਸ ਪਰਮਾਤਮਾ ਨਾਲ ਜਿਹੜਾ ਜ਼ਿੰਦਗੀ ਦੇ ਵਿੱਚ ਆਨੰਦ ਪੈਦਾ ਕਰਨ ਵਾਲਾ ਹੈ। ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾਹੀ ਜਾਏ। ਹੁਣ ਦੁੱਖ ਦੀ ਤਾਂ ਕੋਈ ਜਗ੍ਹਾ ਹੀ ਨਹੀਂ ਰਹਿ ਗਈ। ਸਾਹਿਬ ਜੀ ਕਹਿੰਦੇ ਹੁਣ ਤਾਂ ਜ਼ਿੰਦਗੀ ਦੇ ਅੰਦਰ ਹਿਰਦੇ ਰੂਪੀ ਘਰ ਵਿੱਚ ਪ੍ਰਭੂ ਪਰਮਾਤਮਾ ਵਾਸਤੇ ਬਣੀ ਸੁੰਦਰ ਸੇਜਾ ਸੀ, ਜਿੱਤੇ ਆ ਕੇ ਪ੍ਰਭੂ ਪਰਮਾਤਮਾ ਵਾਹਿਗੁਰੂ ਆਪ ਟਿਕ ਗਿਆ। ਜਦੋਂ ਪਰਮਾਤਮਾ ਜੇ ਸੇਜਾ ਉੱਤੇ ਆ ਗਿਆ ਉੱਥੇ ਦੁੱਖ ਕਿੱਥੋਂ ਆਉਣਾ ਹੈ? ਦੁੱਖ ਤਾਂ ਹੀ ਆਉਂਦੇ ਨੇ, ਸਭੈ ਦੁੱਖ ਸੰਤਾਪ ਜਾਂ ਤੁਧੋਂ ਭੁੱਲੀਐ, ਦੁੱਖ ਤਦੇ ਜਾਂ ਵਿਸਰ ਜਾਵੇ। ਜਿਵੇਂ 12 ਮਾਹ ਦੀ ਬਾਣੀ ਵਿੱਚ ਸਾਹਿਬ ਕਹਿੰਦੇ ਕਤਕ ਕਰਮ ਕਮਾਵਣੇ ਦੋਸ਼ ਨ ਕਾਹੂੰ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੈ ਰੋਗ। ਰੱਬ ਨੂੰ ਭੁੱਲ ਕੇ ਜੀਵ ਦੁਖੀ ਹੁੰਦਾ ਹੈ। ਗੁਰੂ ਅਰਜਨ ਦੇਵ ਜੀ ਕਿਰਪਾ ਕਰਦੇ ਨੇ, ਹੁਣ ਹਿਰਦੇ ਰੂਪੀ ਸੇਜਾ ਸੋਹਣੀ ਬਣ ਗਈ, ਸੁਹਾਵੀ ਹਿਰਦੇ ਰੂਪੀ ਸੇਜ ਸੋਹਣੀ ਬਣ ਗਈ। ਉੱਥੇ ਪ੍ਰਭੂ ਪਰਮਾਤਮਾ ਵਾਹਿਗੁਰੂ ਆਪ ਆ ਕੇ ਟਿਕ ਗਿਆ, ਜਿਹੜਾ ਸਾਰੇ ਸੁੱਖ ਦੇਣ ਵਾਲਾ। ਹੁਣ ਦੁੱਖਾਂ ਦਾ ਡੇਰਾ ਹੀ ਚੁੱਕਿਆ ਗਿਆ। ਇਸ਼ ਪੁੰਨੀ ਵੱਡ ਭਾਗਣੀ ਵਰ ਪਾਇਆ ਹਰ ਰਾਏ। ਜੀਵ ਰੂਪੀ ਇਸਤਰੀ ਦੀ ਜਿਹੜੀ ਇੱਛਾ ਸੀ ਨਾ ਪ੍ਰਭੂ ਪਰਮਾਤਮਾ ਨੂੰ ਮਿਲਣ ਦੀ, ਸਾਹਿਬ ਜੀ ਕਹਿੰਦੇ ਵੱਡਿਆਂ ਭਾਗਾਂ ਨਾਲ ਇੱਛਾ ਪੂਰੀ ਹੋ ਗਈ। ਵਰ ਪਾਇਆ, ਵਰ ਭਾਵ ਪਰਮਾਤਮਾ ਪਤੀ ਪਰਮੇਸ਼ਰ। ਜੀਵ ਰੂਪੀ ਇਸਤਰੀ ਨੇ ਉਸ ਪ੍ਰਭੂ ਪਰਮਾਤਮਾ ਪਤੀ ਨੂੰ ਪਾ ਲਿਆ। ਮਿਲ ਸਹੀਆਂ ਮੰਗਲ ਗਾਵਹੀ ਗੀਤ ਗੋਵਿੰਦ ਆਲਾਏ। ਸਾਹਿਬ ਜੀ ਕਹਿੰਦੇ ਆਪਣੀ ਰਸਨਾ ਤੋਂ ਫਿਰ ਮਿਲ ਸਹੀਆਂ ਸਤ ਸੰਗਤ ਰੂਪ ਸਹੇਲੀਆਂ। ਜਿਵੇਂ ਹੋਰ ਵੀ ਬਾਣੀ 'ਚ ਬਚਨ ਆਉਂਦੇ ਨੇ, ਆਵੋ ਮਿਲੋ ਸਹੇਲੀਓ ਸੱਚੜਾ ਨਾਮ ਲਹੇ, ਉੱਥੇ ਵੀ ਸਤ ਸੰਗਤ ਨੂੰ ਕਿਹਾ ਗਿਆ ਹੈ। ਸਾਹਿਬ ਜੀ ਕਹਿੰਦੇ ਨੇ ਸਤ ਸੰਗਤ ਰੂਪੀ ਸਹੇਲੀਆਂ ਮਿਲ ਕੇ ਜੀਵ ਰੂਪੀ ਇਸਤਰੀਆਂ ਉਸ ਪ੍ਰਭੂ ਪਰਮਾਤਮਾ ਦੇ ਖੁਸ਼ੀ ਦੇ ਗੀਤ ਗਾ ਗਾ ਕੇ ਆਲਾਪ ਕਰਦੀਆਂ ਨੇ, ਤੇ ਜਿਸ ਦੇ ਨਾਲ ਉਹਨਾਂ ਨੂੰ ਹਿਰਦੇ ਰੂਪੀ ਘਰ ਵਿੱਚ ਆਨੰਦ ਖੁਸ਼ੀ ਤੇ ਖੇੜੇ ਬਣਦੇ ਹਨ। ਹਰ ਜਿਹਾ ਅਵਰ ਨਾ ਦਿਸਈ ਕੋਈ ਦੂਜਾ ਲਵੈ ਨਾ ਲਾਏ। ਇੰਨਾ ਭਰੋਸਾ ਵੱਧ ਜਾਂਦਾ ਹੈ ਪ੍ਰਭੂ ਪਰਮਾਤਮਾ ਦਾ ਨਾਮ ਜਪ ਜਪ ਕੇ। ਹਰ ਜਿਹਾ ਅਵਰ ਨਾ ਦਿਸਈ, ਭਈ ਉਸ ਗੁਰੂ ਤੋਂ ਪਰਮਾਤਮਾ ਤੋਂ ਬਿਨਾਂ ਕੋਈ ਦੂਜਾ ਹੋਰ ਹੈ ਹੀ ਨਹੀਂ ਹੈ। ਉਹ ਕਿਸੇ ਵੀ ਦੇਵੀ ਦੇਵਤੇ ਆਦਿਕ ਨੂੰ ਆਪਣਾ ਮੁਕਤੀ ਦਾਤਾ ਫਿਰ ਨਹੀਂ ਮੰਨਦੇ। ਉਹ ਦੂਜੇ ਕਿਸੇ ਹੋਰ ਤੇ ਆਪਣੀ ਟੇਕ ਨਹੀਂ ਰੱਖਦੇ। ਸਾਹਿਬ ਜੀ ਕਹਿੰਦੇ ਉਹ ਦੂਜਾ ਕੋਈ ਹੈ ਹੀ ਨਹੀਂ ਹੈ ਜਿਹੜਾ ਇਸ ਜ਼ਿੰਦਗੀ ਨੂੰ ਸਵਾਰ ਸਕਦਾ ਹੋਵੇ। ਕੇਵਲ ਪਰਮਾਤਮਾ ਗੁਰੂ ਹੀ ਹੈ ਜਿਹਦੇ ਉੱਤੇ ਸਿੱਖ ਦਾ ਪੂਰਨ ਤੌਰ ਤੇ ਭਰੋਸਾ ਵੱਧ ਜਾਂਦਾ ਹੈ। ਹਲਤ ਪਲਤ ਸਵਾਰਿਓਨ ਨਿਹਚਲ ਦਿੱਤੀਆਂ ਨ ਜਾਏ। ਪਰਮਾਤਮਾ ਦੇ ਨਾਮ ਨਾਲ ਕੀ ਹੋਇਆ? ਹਲਤ ਤੇ ਪਲਤ, ਲੋਕ ਤੇ ਪਰਲੋਕ ਪਰਮਾਤਮਾ ਨੇ ਸਵਾਰ ਦਿੱਤੇ ਦੋਨੋਂ ਹੀ। ਤੇ ਸਾਹਿਬ ਕਹਿੰਦੇ ਨਿਹਚਲ, ਨਿਹਚਲ ਦਾ ਮਤਲਬ ਹੁੰਦਾ ਹੈ ਸਥਿਰ ਅਵਸਥਾ, ਜਿੱਥੇ ਜਾ ਕੇ ਮਨ ਦੀ ਸਾਰੀ ਭਟਕਣਾ, ਮਨ ਦੇ ਸਾਰੇ ਫੁਰਨੇ ਖਤਮ ਹੋ ਜਾਂਦੇ ਹਨ। ਸਾਹਿਬ ਕਹਿੰਦੇ ਉਹ ਪਰਮਾਤਮਾ ਵਾਹਿਗੁਰੂ ਨੇ ਹਿਰਦੇ ਰੂਪੀ ਘਰ ਵਿੱਚ ਜਗ੍ਹਾ ਬਣਾ ਦਿੱਤੀ, ਤੇ ਹੁਣ ਹਿਰਦੇ ਰੂਪੀ ਘਰ ਵਿੱਚ ਮਨ ਇੱਕ ਥਾਂ ਤੇ ਸਥਿਰ ਹੋ ਗਿਆ, ਟਿਕ ਗਿਆ ਹੈ। ਇਹਦੀ ਸਾਰੀ ਭਟਕਣਾ ਹੀ ਬੰਦ ਹੋ ਗਈ। ਸਾਹਿਬ ਕਿਰਪਾ ਕਰਦੇ ਨੇ, ਸੰਸਾਰ ਸਾਗਰ ਤੇ ਰੱਖਿਆਨ ਬਹੁੜ ਨ ਜਨਮੈ ਤਾਏ। ਹਲਤ ਪਲਤ ਹੀ ਨਹੀਂ ਇਕੱਲਾ ਸਵਾਰਿਆ ਪਰਮਾਤਮਾ ਦੇ ਨਾਮ ਨੇ, ਸਗੋਂ ਸੰਸਾਰ ਸਾਗਰ ਤੋਂ ਵੀ ਤਾਰ ਲਿਆ। ਤੇ ਸਾਹਿਬ ਜੀ ਕਹਿੰਦੇ ਨੇ ਬਹੁੜ ਨਾ ਜਨਮੈ ਧਾਏ, ਦੁਬਾਰਾ ਫਿਰ ਆਉਣ ਜਾਣ ਵਾਲੀ ਖੇਡ ਹੀ ਖਤਮ ਹੋ ਗਈ। ਭਾਵ ਕਿ ਜਨਮ ਮਰਨ ਹੀ ਜੀਵ ਦਾ ਖਤਮ ਹੋ ਗਿਆ ਪਰਮਾਤਮਾ ਦੇ ਨਾਮ ਜਪਣ ਨਾਲ। ਤੇ ਸਾਹਿਬ ਕਿਰਪਾ ਕਰਦੇ, ਜਿਹਵਾ ਏਕ ਅਨੇਕ ਗੁਣ। ਹੇ ਵਾਹਿਗੁਰੂ, ਸਾਡੀ ਜੀਵ ਇੱਕ ਹੈ ਪਰ ਤੇਰੇ ਗੁਣ ਬੇਅੰਤ ਹਨ। ਕਿੰਨੇ ਕੁ ਤੇਰੇ ਗੁਣ ਗਾਈਏ, ਕਿਹੜਾ ਕਿਹੜਾ ਤੇਰਾ ਗੁਣ ਦੱਸੀਏ ਪਰਮਾਤਮਾ। ਜੀਵ ਇੱਕ ਹੈ, ਤੇਰੇ ਗੁਣ ਬੇਅੰਤ ਹਨ। ਤਰੇ ਨਾਨਕ ਚਰਣੀ ਪਾਏ। ਪਰ ਜਿਹੜਾ ਜੀਵ ਵੀ ਗੁਰੂ ਜੀ ਦੇ ਚਰਨਾਂ ਨਾਲ ਜੁੜ ਜਾਏਗਾ, ਸਾਹਿਬ ਕਹਿੰਦੇ ਉਹ ਭਵਜਲ ਤੋਂ ਤਰ ਜਾਏਗਾ। ਫਲ ਗੁਣ ਨਿਤ ਸਲਾਹੀਐ ਜਿਸ ਨੂੰ ਦਿਲ ਨਾ ਤਮਾਏ। ਸਾਹਿਬ ਜੀ ਕਹਿੰਦੇ ਵੀ ਰੱਬ ਨੂੰ ਕੋਈ ਤਮਾ ਨਹੀਂ ਹੈ। ਰੱਬ ਨਹੀਂ ਸਾਨੂੰ ਕਹਿੰਦਾ ਵੀ ਮੇਰੇ ਗੁਣ ਗਾਓ, ਉਹਨੂੰ ਇਸ ਗੱਲ ਦਾ ਕੋਈ ਤਮਾ ਨਹੀਂ। ਅਸੀਂ ਆਪਣੇ ਭਲੇ ਵਾਸਤੇ ਪ੍ਰਭੂ ਦੇ ਗੁਣ ਨਿਤ ਗਾਉਣੇ ਹਨ। ਸਾਹਿਬ ਜੀ ਕਹਿੰਦੇ ਨੇ ਫਲ ਗੁਣ ਹੈ ਭਾਈ। ਇਸ ਫੱਗਣ ਦੇ ਮਹੀਨੇ ਰਾਹੀਂ ਸਿੱਖਿਆ ਦਿੱਤੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿ ਨਿਤ ਪਰਮਾਤਮਾ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਉਹਦੀ ਸਿਫਤ ਸਲਾਹ ਜਿਹੜਾ ਪਰਮਾਤਮਾ ਨੂੰ ਰਤਾ ਜਿੰਨਾ ਵੀ ਕਿਸੇ ਗੱਲ ਦਾ ਕੋਈ ਤਮਾ ਨਹੀਂ ਹੈ। ਤੋ ਸਾਹਿਬ ਕਿਰਪਾ ਕਰਦੇ ਨੇ, ਕਿਉਂਕਿ 12 ਮਾਹ ਦਾ ਇਹ ਆਖਰੀ ਜਿਹੜਾ 12ਵਾਂ ਮਹੀਨਾ ਹੈ,
ਇਸ ਤੋਂ ਬਾਅਦ ਸਤਿਗੁਰੂ ਮਹਾਰਾਜ ਜੀ 12 ਮਾਹ ਦੀ ਬਾਣੀ ਦੀ ਸਮਾਪਤੀ ਜਿਹੜੀ ਹੈ ਉਸ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਨੇ ਜਿਹੜੇ ਆਖਰੀ ਬੰਦ ਵਿੱਚ ਇਹਦੀ ਸਮਾਪਤੀ ਕੀਤੀ ਹੈ। ਉਹ ਸ਼ਬਦ ਹੈ, ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ। ਭਾਈ ਜਿਨ੍ਹਾਂ ਨੇ ਪ੍ਰਭੂ ਪਰਮਾਤਮਾ ਦਾ ਨਾਮ ਧਿਆਇਆ ਹੈ, ਪਰਮਾਤਮਾ ਨੇ ਉਹਨਾਂ ਦੇ ਕਾਰਜ ਸਾਰੇ ਸਵਾਰ ਦਿੱਤੇ। ਹਰ ਗੁਰ ਪੂਰਾ ਆਰਾਧਿਆ ਦਰਗਹਿ ਸੱਚ ਖਰੇ। ਜਿਨ੍ਹਾਂ ਨੇ ਹਰੀ ਪਰਮਾਤਮਾ ਵਾਹਿਗੁਰੂ ਨੂੰ ਪੂਰੇ ਗੁਰੂ ਦੇ ਰਾਹੀਂ ਆਰਾਧਿਆ ਹੈ, ਉਹ ਪਰਮਾਤਮਾ ਦੇ ਦਰਬਾਰ ਵਿੱਚ, ਉਹਦੀ ਦਰਗਾਹ ਵਿੱਚ ਖਰੇ ਸੁਰਖਰੂ ਹੋ ਗਏ। ਤੇ ਸਾਹਿਬ ਕਿਰਪਾ ਕਰਦੇ, ਸਰਬ ਸੁਖਾਂ ਨਿਧ ਚਰਨ ਹਰ ਭਵ ਜਲ ਬਿਖਮ ਤਰੇ। ਪ੍ਰਭੂ ਪਰਮਾਤਮਾ ਵਾਹਿਗੁਰੂ ਸੁੱਖਾਂ ਦਾ ਖਜ਼ਾਨਾ ਹੈ। ਜੇ ਕੋਈ ਜੀਵ ਉਹਦੇ ਚਰਨਾਂ ਨਾਲ ਜੁੜ ਜਾਵੇ, ਉਹਦੀ ਜ਼ਿੰਦਗੀ ਵਿੱਚ ਵੀ ਸੁੱਖ ਆ ਜਾਂਦਾ ਤੇ ਉਹ ਜੀਵ ਇਸ ਭਵਜਲ ਨੂੰ ਤਰ ਜਾਂਦਾ ਹੈ। ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਾਹੀਂ ਜਰੇ। ਜਿਹਨੂੰ ਪਰਮਾਤਮਾ ਨੇ ਪ੍ਰੇਮਾ ਭਗਤੀ ਬਖਸ਼ਿਸ਼ ਕਰ ਦਿੱਤੀ ਹੈ, ਜਿਹੜਾ ਜੀਵ ਪ੍ਰਭੂ ਪਰਮਾਤਮਾ ਦੀ ਪ੍ਰੇਮਾ ਭਗਤੀ ਨੂੰ ਕਰਦਾ ਹੈ, ਸਾਹਿਬ ਜੀ ਕਹਿੰਦੇ ਉਹ ਜੀਵ ਤ੍ਰਿਸ਼ਨਾ ਦੀ ਅੱਗ ਵਿੱਚ ਨਹੀਂ ਸੜਦਾ, ਉਹਨੂੰ ਪਰਮਾਤਮਾ ਤ੍ਰਿਸ਼ਨਾ ਦੀ ਅੱਗ ਤੋਂ ਬਚਾ ਲੈਂਦਾ ਹੈ। ਕੂੜ ਗਏ ਦੁਬਦਾ ਨਸੀ ਪੂਰਨ ਸੱਚ ਭਰੇ। ਉਹਨਾਂ ਮਨੁੱਖਾਂ ਦੇ ਅੰਦਰੋਂ ਫਿਰ ਕੂੜ ਚਲਿਆ ਗਿਆ ਤੇ ਦੁਬਦਾ ਵੀ ਚਲੀ ਗਈ। ਕੂੜ ਵੀ ਚਲਿਆ ਗਿਆ, ਦੁਚਿੱਤਾਪਨ ਵੀ ਚਲਿਆ ਗਿਆ। ਜਿਹੜਾ ਮਨ ਭਟਕਦਾ ਫਿਰਦਾ ਸੀ ਨਾ ਇੱਧਰ ਉੱਧਰ, ਸਾਹਿਬ ਜੀ ਕਹਿੰਦੇ ਨੇ ਦੁਚਿੱਤਾਪਨ, ਕਿ ਆਹ ਕੰਮ ਕਰਾਂ ਕਿ ਨਾ ਕਰਾਂ। ਹੁਣ ਸਮਝ ਆ ਗਈ। ਕੀ ਸਮਝ ਆ ਗਈ? ਕਿ ਪ੍ਰਭੂ ਪਰਮਾਤਮਾ ਸੱਚੇ ਦੇ ਨਾਲ ਆਪਣੇ ਮਨ ਨੂੰ ਜੋੜ ਕੇ ਮਨ ਨੂੰ ਵੀ ਸਚਿਆਰਾ ਬਣਾ ਲਿਆ। ਤੇ ਸਾਹਿਬ ਉਹਦਾ ਢੰਗ ਦੱਸਦੇ ਨੇ, ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਟੁੱਟੈ ਪਾਲ। ਸਚਿਆਰ ਕਿਵੇਂ ਬਣੀਏ ਤੇ ਕੂੜ ਦੀ ਕੰਧ ਕਿਵੇਂ ਟੁੱਟ ਸਕਦੀ ਹੈ। ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਸਾਹਿਬ ਕਿਰਪਾ ਕਰਦੇ, ਉਹਨਾਂ ਜੀਵਾਂ ਦੇ ਅੰਦਰੋਂ ਕੂੜ ਵੀ ਚਲਿਆ ਗਿਆ, ਦੁਬਦਾ ਵੀ ਚਲੀ ਗਈ ਤੇ ਪੂਰਨ ਤੌਰ ਤੇ ਸੱਚ ਨਾਲ ਉਹਨਾਂ ਦਾ ਜਿਹੜਾ ਮਨ ਹੈ ਜੁੜ ਜਾਂਦਾ ਹੈ। ਪਾਰ ਬ੍ਰਹਮ ਪ੍ਰਭ ਸੇਵ ਦੇ ਮਨ ਅੰਦਰ ਏਕ ਧਰੇ। ਪਾਰ ਬ੍ਰਹਮ ਪਰਮਾਤਮਾ ਨੂੰ ਸਿਮਰਨ ਵਾਲੇ ਜੀਵ ਆਪਣੇ ਮਨ ਵਿੱਚ ਕੇਵਲ ਏਕ ਧਰੇ, ਇੱਕੇ ਪਰਮਾਤਮਾ ਵਾਹਿਗੁਰੂ ਉੱਤੇ ਟੇਕ ਰੱਖਦੇ ਨੇ। ਉਹ ਕਿਸੇ ਹੋਰ ਦੇ ਉੱਤੇ ਆਪਣਾ ਭਰੋਸਾ ਟੇਕ ਨਹੀਂ ਬਣਾਉਂਦੇ। ਸਾਹਿਬ ਕਹਿੰਦੇ ਉਹਨਾਂ ਦੇ ਅੰਦਰ ਕੇਵਲ ਇੱਕ ਹੀ ਪਰਮਾਤਮਾ ਨਾਲ ਉਹ ਸਾਂਝ ਬਣਾ ਕੇ ਰੱਖਦੇ ਹਨ। ਤੇ ਸਾਹਿਬ ਅਖੀਰਲੀਆਂ ਪੰਕਤੀਆਂ ਵਿੱਚ ਕਿਰਪਾ ਕਰਦੇ ਨੇ, ਮਹਾ ਦਿਵਸ ਮਹੂਰਤ ਭਰੇ ਜਿਸ ਕੋ ਨਦਰ ਕਰੇ। ਹੁਣ ਸਾਹਿਬ ਜੀ ਨੇ ਸਾਰੇ ਭੁਲੇਖੇ ਕੱਢ ਦਿੱਤੇ ਨੇ। 12 ਮਾਹ ਦੀ ਬਾਣੀ ਵਿੱਚ 12 ਮਹੀਨਿਆਂ ਦਾ ਉਚਾਰਨ ਕਰਕੇ, ਉਹਨਾਂ ਰਾਹੀਂ ਸਿੱਖਿਆ ਦੇ ਕੇ ਸਾਹਿਬ ਨੇ ਅਖੀਰਲੀਆਂ ਪੰਕਤੀਆਂ ਵਿੱਚ ਭੁਲੇਖਾ ਕੀ ਕੱਢਿਆ ਕਿ ਭਾਈ ਮਤਾ ਕੋਈ ਜੀਵ ਇਹ ਕਹਿ ਦੇਵੇ ਕਿ ਅੱਜ ਜਿਸ ਸੰਗਰਾਂਦ ਦਾ ਬੜਾ ਪਵਿੱਤਰ ਦਿਹਾੜਾ ਹੈ, ਚਲੋ ਗੁਰਦੁਆਰੇ ਜਾ ਕੇ ਆਈਏ। ਜਾਂ ਆਮ ਤੌਰ 'ਤੇ ਜਿਹੜੇ ਵਹਿਮ ਭਰਮ ਬਣੇ ਹੋਏ ਨੇ ਕਿ ਸੰਗਰਾਂਦ ਵਾਲੇ ਦਿਨ ਆਪਾਂ ਇਹ ਮਨ ਵਿੱਚ ਸੋਚ ਲੈਂਦੇ ਹਾਂ ਵੀ ਬੜਾ ਪਵਿੱਤਰ ਦਿਨ ਹੈ, ਜਾਂ ਕਈ ਇਹ ਸੋਚ ਲੈਂਦੇ ਨੇ ਕਿ ਅੱਜ ਜਿਹੜਾ ਕੰਮ ਸੰਗਰਾਂਦ ਵਾਲੇ ਦਿਨ ਹੋਵੇ ਸਾਰਾ ਮਹੀਨਾ ਹੀ ਉਹ ਹੁੰਦਾ ਰਹਿੰਦਾ ਹੈ। ਜਾਂ ਕਈ ਇਸ ਤਰ੍ਹਾਂ ਸੋਚ ਲੈਂਦੇ ਆ ਕਿ ਅੱਜ ਵਰੇ ਦਾ ਦਿਨ ਹੈ, ਕੋਈ ਮਾੜਾ ਨਾ ਮੱਥੇ ਲੱਗ ਜੇ, ਕੋਈ ਆਹ ਨਾ ਹੋ ਜੇ, ਇਸ ਤਰ੍ਹਾਂ ਨਾ ਹੋ ਜੇ। ਇਹ ਗੱਲਾਂ ਦੇ ਜਿਹੜੇ ਭਰਮ ਅੰਦਰ ਬੈਠੇ ਨੇ, ਗੁਰੂ ਅਰਜਨ ਦੇਵ ਜੀ ਨੇ ਕੱਢ ਦਿੱਤੇ। ਕਹਿਣ ਲੱਗੇ ਭਈ ਜਿਹੜੇ ਜੀਵ ਪ੍ਰਭੂ ਦੀ ਨਦਰ ਦੇ ਪਾਤਰ ਬਣ ਜਾਣ, ਜਿਹੜੇ ਜੀਵਾਂ ਉੱਤੇ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਆਪਣੀ ਨਦਰ ਕਰ ਦੇਵੇ, ਆਪਣੀ ਦ੍ਰਿਸ਼ਟੀ ਕਰ ਦੇਵੇ, ਆਪਣੀ ਰਹਿਮਤ ਕਰ ਦੇਵੇ, ਉਹਨਾਂ ਦੇ ਵਾਸਤੇ ਮਾਹ ਮਹੀਨਾ ਦਿਵਸ ਦਿਨ ਮਹੂਰਤ ਪਲ। ਸਾਹਿਬ ਕਹਿੰਦੇ ਉਹਨਾਂ ਦੇ ਘੜੀ ਪਲ ਦਿਨ ਸਾਰੇ ਹੀ ਜਿਹੜੇ ਹਨ ਉਹਨਾਂ ਦੇ ਵਾਸਤੇ ਸੁਹਾਵਣੇ ਬਣ ਜਾਂਦੇ ਨੇ। ਸਾਡੇ ਵਾਸਤੇ ਕੋਈ ਚੰਗਾ ਮਾੜਾ ਦਿਨ ਜਿਹੜਾ ਹੈ ਉਹ ਸਿੱਖ ਜਗਤ ਵਿੱਚ ਨਹੀਂ ਹੈ। ਭਾਵੇਂ ਕਿ ਭਰਮ ਅਜੇ ਤੱਕ ਬਣਿਆ ਹੋਇਆ ਹੈ, ਅਜੇ ਤੱਕ ਵੀ ਅਸੀਂ ਉਹਨਾਂ ਚੱਕਰਾਂ 'ਚ ਪਏ ਹੋਏ ਹਾਂ ਕਿ ਘਰਾਂ ਦੇ ਅੰਦਰ ਅਜੇ ਵੀ ਕਈਆਂ 'ਚ ਭੁਲੇਖੇ ਇਹੋ ਜਿਹੇ ਬਣੇ ਹੋਏ ਨੇ ਕਿ ਮੰਗਲਵਾਰ ਸਿਰ ਨਹੀਂ ਨਹਾਉਣਾ ਜੀ, ਵੀਰਵਾਰ ਕੱਪੜੇ ਨਹੀਂ ਧੋਣੇ ਜੀ, ਸ਼ਨੀਵਾਰ ਆਹ ਨਹੀਂ ਕਰਨਾ ਜੀ। ਅਜੇ ਵੀ ਭਰਮ ਬਣੇ ਹੋਏ ਨੇ। ਤੁਸੀਂ ਕਈ ਵਾਰ ਦੇਖੋ ਕਿ ਗੁਰਦੁਆਰਿਆਂ ਦੇ ਵਿੱਚ ਵੀ ਕਈ ਵਾਰ ਲੋਕ ਬ੍ਰਾਹਮਣਾਂ ਦੇ ਕਹੇ ਮੁਤਾਬਕ ਗੁਰੂ ਘਰਾਂ ਦੇ ਅੰਦਰ ਵੀ ਕਈ ਵਾਰ ਸ਼ਨੀਵਾਰ ਨੂੰ ਛੋਲੇ ਚੜਾਈ ਜਾਣਗੇ। ਇਹਦਾ ਮਤਲਬ ਸ਼ਨੀ ਦੀ ਪੂਜਾ ਗੁਰੂ ਘਰ ਵਿੱਚ ਸ਼ੁਰੂ ਹੋ ਗਈ। ਮੰਗਲਵਾਰ ਮਾਂਹ ਦੀ ਦਾਲ ਚੁੱਕੀ ਆਉਣਗੇ। ਇਹ ਜਿਹੜੀਆਂ ਚੀਜ਼ਾਂ ਨੇ, ਦਾ ਮਤਲਬ ਕਿਤੇ ਨਾ ਕਿਤੇ ਭਰਮ ਸਾਡੇ ਮਨਾਂ ਅੰਦਰ ਦਿਨਾਂ ਵਾਰਾਂ ਦਾ ਪਿਆ ਹੋਇਆ ਹੈ। ਤੋ ਸਤਿਗੁਰੂ ਮਹਾਰਾਜ ਜੀ ਇਹ ਭੁਲੇਖਾ ਕੱਢਦੇ ਨੇ ਕਿ ਭਾਈ ਦਿਨ ਚੰਗਿਆਂ ਮਾੜਿਆਂ ਦੇ ਨਹੀਂ। ਹੁਣ ਤੁਸੀਂ ਦੇਖੋ ਵੀ ਜਿਹੜਾ ਬੰਦਾ ਸੰਗਰਾਂਦ ਦਾ ਹੀ ਮੰਨ ਲਓ ਦਿਨ ਹੋਵੇ ਤਾਂ ਜੀਵਨ ਨੂੰ ਪਵਿੱਤਰ ਦਿਨ ਮੰਨਦਾ ਹੈ, ਤੇ ਬੰਦੇ ਨੇ ਸੰਗਰਾਂਦ ਵਾਲੇ ਦਿਨ ਆਪ ਹੀ
ਬੁਰੇ ਰਸਤੇ ਤੇ ਤੁਰ ਪਿਆ, ਬੁਰੇ ਕਰਮ ਕਰਦਾ ਹੈ, ਤੇ ਉਹਦੇ ਵਾਸਤੇ ਭਾਵੇਂ ਸੰਗਰਾਂਦ ਹੋਵੇ ਭਾਵੇਂ ਕੋਈ, ਤੇ ਪਰ ਜਿਹੜਾ ਰੱਬ ਨਾਲ ਬਾਣੀ ਨਾਲ ਜੁੜਿਆ ਹੈ ਉਹਦੇ ਵਾਸਤੇ ਕੋਈ ਦਿਨ ਵੀ ਹੋਵੇ ਉਹਨੂੰ ਇਸ ਗੱਲ ਨਾਲ ਤੇ ਕੋਈ ਮਤਲਬ ਹੀ ਨਹੀਂ ਹੈ। ਸੋ ਇਹ ਜਿਹੜਾ ਭਰਮ ਭੁਲੇਖਾ ਗੁਰੂ ਮਹਾਰਾਜ ਨੇ 12ਵਾਂ ਦੀ ਬਾਣੀ ਵਿੱਚ ਕੱਢਿਆ ਹੈ, ਅਸੀਂ ਕਈ ਵਾਰ ਇਹਨਾਂ ਦਿਨਾਂ ਨੂੰ ਸਟੇਜਾਂ ਦੇ ਉੱਤੇ ਜਾਂ ਆਮ ਪੰਜਾਬ ਦੇ ਪਿੰਡਾਂ ਵਿੱਚ ਬੜੀਆਂ ਅਨਾਉਂਸਮੈਂਟਾਂ ਹੁੰਦੀਆਂ ਨੇ ਕਿ ਸਾਧ ਸੰਗਤ ਜੀ ਕੱਲ੍ਹ ਨੂੰ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ। ਵੀ ਬਾਕੀ ਦਿਨ ਪਵਿੱਤਰ ਨਹੀਂ, ਬਾਕੀ ਜਿਹੜਾ ਮਹੀਨਾ 29 ਦਿਨ ਲੰਘ ਗਏ ਆ ਉਹ ਸਾਰੇ ਅਪਵਿੱਤਰ ਹੀ ਰਹੇ ਤੇ ਇੱਕ ਦਿਨ ਹੀ ਪਵਿੱਤਰ ਆ ਗਿਆ। ਸੋ ਇਹ ਜਿਹੜਾ ਭਰਮ ਭੁਲੇਖਾ ਗੁਰੂ ਸਾਹਿਬ ਨੇ ਕਿਰਪਾ ਕੀਤੀ, ਅਖੀਰਲੀਆਂ ਪੰਕਤੀਆਂ 'ਚ ਕੱਢ ਦਿੱਤਾ। ਕਹਿੰਦੇ ਪਰਮਾਤਮਾ ਵਾਹਿਗੁਰੂ ਦੀ ਤੁਸੀਂ ਨਦਰ ਦੇ ਪਾਤਰ ਬਣਨਾ ਨਾਮ ਜਪ ਕੇ। ਤੁਹਾਡੇ ਵਾਸਤੇ ਸਾਹਿਬ ਕਹਿੰਦੇ ਭਾਵੇਂ ਕੋਈ ਵੀ ਮਹੀਨਾ ਹੋਵੇ, ਕੋਈ ਵੀ ਦਿਨ ਹੋਵੇ, ਘੜੀ ਪਲ ਜਿਹੜਾ ਹੈ ਉਹ ਸੁਹਾਵਣਾ ਹੀ ਸੁਹਾਵਣਾ ਹੈ। ਸਾਹਿਬ ਕਹਿੰਦੇ ਜਦੋਂ ਪਰਮਾਤਮਾ ਦਾ ਨਾਮ ਜਪੀਓ ਸਮਾਂ ਹੀ ਸਫਲ ਹੋ ਜਾਂਦਾ ਹੈ। ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ। ਸਾਹਿਬ ਕਹਿੰਦੇ ਨੇ ਨਾਨਕ ਵੀ ਤੇਰੇ ਕੋਲੋਂ ਪਰਮਾਤਮਾ ਦਾਨ ਮੰਗਦਾ ਹੈ ਨਾਮ ਦਾ, ਤੇ ਤੁਸੀਂ ਕਿਰਪਾ ਕਰੋ ਹਰੀ ਪਰਮਾਤਮਾ ਜੀ, ਆਪਣੇ ਨਾਮ ਦਾ ਦਾਨ ਦਿਓ, ਨਾਮ ਦੀ ਦਾਤ ਬਖਸ਼ੋ। ਸੋ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ, ਜਿੱਥੇ ਅੱਜ ਦੇ ਪਾਵਨ ਪਵਿੱਤਰ ਮੁੱਖ ਵਾਕ ਦੀ ਵਿਚਾਰ ਸਤਿਗੁਰਾਂ ਨੇ ਕਰਵਾਈ ਹੈ, ਉੱਥੇ ਅੱਜ ਦਾ ਜੋ ਫਗਣ ਦਾ ਮਹੀਨਾ ਆਰੰਭ ਹੋਇਆ ਉਸ ਦੀ ਤੇ ਉਸ ਤੋਂ ਅਗਲਾ ਸ਼ਬਦ ਉਹਦੀ ਵਿਚਾਰ ਗੁਰੂ ਮਹਾਰਾਜ ਨੇ ਜਿਵੇਂ ਮਤ ਬੁੱਧ ਬਖਸ਼ਿਸ਼ ਕੀਤੀ ਹੈ ਉਸ ਤਰ੍ਹਾਂ ਆਪ ਜੀ ਨਾਲ ਕਰਨ ਦਾ ਯਤਨ ਕੀਤਾ। ਸਤਿਗੁਰੂ ਕਿਰਪਾ ਕਰਨ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਕਿ ਗੁਰੂ ਜੀ ਦੇ ਬਚਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਵਸਾਈਏ, ਜਿਸ ਵਿੱਚੋਂ ਨਾਲ ਸਾਡੇ ਹੋਣਗੇ ਲੋਕ ਸੁਖੀਏ ਪਰਲੋਕ ਸਹੇਲੇ। ਨਾਨਕ ਹਰਿ ਪ੍ਰਭ ਆਪੇ ਮੇਲੇ, ਪੁਰ ਚੁੱਕ ਦੀ ਖਿਮਾ, ਪਿਆਰ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।